ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪੰਜਵਾ। ਤਉ ਮੈਂ ਆਇਆ ਸਰਣੀ ਆਇਆ, ਭਰੋਸੈ ਆਇਆ ਕਿਰਪਾ ਆਇਆ। ਤਉ ਮੈਂ ਆਇਆ ਸਰਣੀ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਫੁਰਮਾਨ ਕਰਦੇ ਹਨ। ਤਉ ਮੈਂ ਆਇਆ ਸਰਣੀ ਆਇਆ। ਇਹ ਪੜਤਾਲ ਸ਼ਬਦ ਚੱਲ ਰਹੇ ਨੇ ਕਿ ਇਹ ਮਹਾਰਾਜ ਤਦੋਂ ਹੀ ਮੈਂ ਆਪਣੇ ਆਪ ਨੂੰ ਮਨੁੱਖਾ ਜਨਮ ਦੇ ਵਿੱਚ ਆਇਆ ਹੋਇਆ ਸਫਲਾ ਸਮਝਿਆ, ਜਦ ਮੈਂ ਤੇਰੀ ਸਾਧ ਸੰਗਤ ਰੂਪੀ ਸ਼ਰਨ ਓਟ ਦੇ ਵਿੱਚ ਆ ਗਿਆ ਹਾਂ ਅਤੇ ਭਰੋਸਾ ਆਇਆ ਕਿਰਪਾ ਆਇਆ। ਜਦ ਮੈਂ ਵਿਸ਼ਵਾਸ ਵਿੱਚ ਆ ਗਿਆ ਅਤੇ ਜਦੋਂ ਤੂੰ ਮਿਹਰ ਦੇ ਘਰ ਵਿੱਚ ਆ ਗਿਆ, ਇਸੇ ਪ੍ਰਕਾਰ ਤਉ ਮੈਂ ਆਇਆ ਸਰਣੀ ਆਇਆ। ਇਹ ਪਰਮੇਸ਼ਰ ਜਦੋਂ ਤੋਂ ਸਾਡੇ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਵਿੱਚ ਆਇਆ, ਤਾਂ ਹੀ ਮੈਂ ਤੇਰੀ ਸ਼ਰਨ ਵਿੱਚ ਆਇਆ। ਭਰੋਸਾ ਆਇਆ ਕਿਰਪਾ ਆਇਆ। ਜਦੋਂ ਸ਼ਰਨ ਵਿੱਚ ਆਇਆ ਤਦੋਂ ਮੈਨੂੰ ਮਨ ਦੇ ਵਿੱਚ ਭਰੋਸਾ ਆ ਗਿਆ ਕਿ ਤੂੰ ਜ਼ਰੂਰ ਸੰਸਾਰ ਸਮੁੰਦਰ ਤੋਂ ਤਾਰ ਲਵੇਂਗਾ। ਜਿਉ ਭਾਵੈ ਤਿਉ ਰੱਖੋ ਸੁਆਮੀ। ਇਹ ਮਾਲਕ ਵਾਹਿਗੁਰੂ ਜਿਵੇਂ ਤੈਨੂੰ ਪਾਉਂਦਾ ਹੈ ਤਿਵੇਂ ਮੈਨੂੰ ਰੱਖਣਾ ਕਰ। ਰੱਖੋ ਰੱਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਮਾਰਗ ਗੁਰ ਹੈ ਪਠਾਇਆ। ਮੈਨੂੰ ਮੇਰੇ ਗੁਰੂ ਨੇ ਤੇਰੇ ਭਾਵ ਭਗਤੀ ਦੇ ਰਸਤੇ ਦੇ ਉੱਪਰ ਭੇਜਿਆ, ਭਾਵ ਤੋਰਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮਹਾਦੁੱਤਰ ਮਾਇਆ। ਇਹ ਜਿਹੜੀ ਮਾਇਆ ਹੈ ਤੇਰੀ ਪੈਦਾ ਕੀਤੀ ਹੋਈ, ਇਹ ਮਹਾਰਾਜ ਇਹਦੇ ਤੋਂ ਤਰਨਾ ਬਹੁਤ ਹੀ ਕਠਿਨ ਹੈ, ਕਠਿਨਤਾਈ ਨਾਲ ਤਰੀ ਜਾਣ ਵਾਲੀ ਹੈ। ਜੈਸੇ ਪਵਨ ਚੁਲਾਇਆ। ਜਿਵੇਂ ਹਵਾ ਦਾ ਝੋਲਾ ਹਿਲੋਰਾ ਆਉਂਦਾ ਹੈ ਤਾਂ ਜਿਹੜੇ ਦਰਖਤਾਂ ਦੇ ਪੱਤਰੇ ਹਿਲਦੇ ਨੇ, ਇਹ ਪੱਤਰਿਆਂ ਨੂੰ ਵਜੀਵ ਹਿਲਦੇ ਪਏ ਹਨ। ਸੁਣ ਸੁਣ ਹੀ ਡਰਾਇਆ। ਇਹ ਮਹਾਰਾਜ ਵੇਦਾਂ ਸ਼ਾਸਤਰਾਂ ਦੁਆਰਾ ਪਰ ਲੋਕ ਦਾ ਹਾਲ ਸੁਣ ਸੁਣ ਕੇ
ਮੇਰਾ ਹਿਰਦਾ ਬਹੁਤ ਹੀ ਡਰ ਦੇ ਸਹਿਤ ਹੋ ਆਇਆ ਹੈ ਕਿ ਕਰੋ ਧਰਮ ਰਾਇਆ। ਉੱਥੇ ਧਰਮਰਾਜ ਜੀ ਦਾ ਸੁਭਾਅ ਬਹੁਤ ਹੀ ਕਰੜਾ ਭਾਵ ਸਖਤ ਹੈ। ਗ੍ਰਹਿ ਅੰਧ ਕੋ ਪਾਇਆ। ਇਹ ਪਰਮੇਸ਼ਰ ਇਹ ਸੰਸਾਰ ਰੂਪ ਘਰ ਅੰਨੇ ਖੂਹ ਦੀ ਤਰ੍ਹਾਂ ਹੈ, ਜਿਹਦੇ ਵਿੱਚ ਅਗਿਆਨ ਦਾ ਕੋਪਨ ਹਨੇਰਾ ਪਿਆ ਹੋਇਆ ਹੈ। ਪਾਵਕ ਸਗਰਾਇਆ। ਇਹ ਸਾਰਾ ਸੰਸਾਰ ਅੱਗ ਦੀ ਨਿਆਈ ਹੈ। ਇਹ ਅੱਗ ਦੇ ਸਮੁੰਦਰ ਦੀ ਤਰ੍ਹਾਂ ਹੈ, ਜਿਵੇਂ ਅੱਗ ਦੇ ਜਿਸ ਤਰ੍ਹਾਂ ਪ੍ਰਤੱਖ ਪਾਣੀ ਦੇ ਸਮੁੰਦਰ ਦੇ ਵਿੱਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ ਅਤੇ ਉਹਦੇ ਵਿੱਚ ਪ੍ਰਤੱਖ ਪਾਣੀ ਦੀਆਂ ਨਦੀਆਂ ਮਿਲਦੀਆਂ ਨੇ, ਇਸੇ ਤਰ੍ਹਾਂ ਇਹ ਸੰਸਾਰ ਅੱਗ ਦੇ ਸਮੁੰਦਰ ਦੇ ਵਿੱਚ ਤ੍ਰਿਸ਼ਨਾ ਦੀਆਂ ਲਹਿਰਾਂ ਉੱਠ ਰਹੀਆਂ ਨੇ। ਤ੍ਰਿਸ਼ਨਾ ਨੇ ਸਾਨੂੰ ਅੱਗ ਲਾਈ ਹੋਈ ਹੈ। ਅਵਿਦਿਆ ਦੀਆਂ ਚਟਾਨਾਂ ਨੇ, ਅਗਿਆਨ ਦੇ ਪਹਾੜ ਹਨ, ਅਤੇ ਚਾਰ ਇਹਦੇ ਵਿੱਚ ਅੱਗ ਦੀਆਂ ਹੀ ਨਦੀਆਂ ਮਿਲ ਰਹੀਆਂ ਨੇ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ ਮਾਝ ਦੀ ਵਾਰ ਦੇ ਵਿੱਚ। ਪਹਿਲੇ ਪਾਤਸ਼ਾਹ ਜੀ ਕਹਿੰਦੇ ਨੇ ਹਿੰਸਾ, ਮੋਹ, ਲਾਲਚ ਅਤੇ ਕ੍ਰੋਧ, ਇਹ ਚਾਰੇ ਅੱਗ ਦੀਆਂ ਨਦੀਆਂ ਨੇ। ਪਵਹਿ ਦਜੈ ਨਾਨਕ ਤਰੀਏ ਕਰਮੀ ਲੱਗ। ਜਿਹੜਾ ਨੇ ਚ ਪੈ ਜਾਂਦਾ ਉਹ ਸੜ ਜਾਂਦਾ ਹੈ। ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਹੀ ਤਰਿਆ ਜਾ ਸਕਦਾ। ਮਹਾਰਾਜ ਦੀ ਕਿਰਪਾ ਦੇ ਨਾਲ ਹੀ ਤਰਿਆ ਜਾਂਦਾ ਹੈ। ਹੰਸ, ਹਿੰਸਾ, ਜੀਵ ਘਾਤ ਕਰਨਾ, ਕਿਸੇ ਕਾਰਨ ਕਿਸੇ ਦਾ ਕਤਲ ਕਰ ਦੇਣਾ। ਹੇਤ, ਅਕਾਰਨ ਹੀ ਮੋਹ ਕਰੀ ਜਾਣਾ, ਅਤੇ ਲਾਲਚ ਵਸ ਚੋਰੀ, ਯਾਰੀ ਆਦਿ ਕਰਨੀ। ਕੋਪ, ਅੱਤ ਦਾ ਗੁੱਸਾ ਨਿਕਾਲਣਾ, ਮੜੀ ਤੱਕ ਵੈਰ ਨਹੀਂ ਛੱਡਣਾ, ਵੱਟ ਦੇ ਝਗੜੇ ਤੋਂ ਇਨਸਾਨ ਦਾ ਕਤਲ ਕਰ ਦੇਣਾ। ਸੋ ਇਹ ਗੁੱਸਾ ਚੰਡਾਲ ਹੈ, ਜੋ ਚੰਡਾਲਾਂ ਦੇ ਨਾਲੋਂ ਵੀ ਇਨਸਾਨ ਨੂੰ ਭੈੜਾ ਬਣਾ ਦਿੰਦਾ ਹੈ। ਇਹ ਜਦ ਵੀ ਔਗਣ ਆਉਂਦੇ ਨੇ ਤਾਂ ਹਿਰਦਾ ਸੜਨ ਲੱਗ ਪੈਂਦਾ ਹੈ। ਇਸ ਲਈ ਇਹ ਅੱਗ ਦੀਆਂ ਨਦੀਆਂ ਅੱਗ ਦੇ ਸੰਸਾਰ ਸਮੁੰਦਰ ਦੇ ਵਿੱਚ ਪੈ ਰਹੀਆਂ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਪਾਵਕ ਸਾਗਰ ਯਥਾ ਲਹਿਰ ਮੈਂ। ਇਹ ਸੰਸਾਰ ਅੱਗ ਦੇ ਸਮੁੰਦਰ ਦੇ ਵਿੱਚ ਜਿਹੜੀਆਂ ਬਿਨਾਂ ਥਾਂ ਤੋਂ ਤ੍ਰਿਸ਼ਨਾ ਦੀਆਂ ਲਹਿਰਾਂ ਉੱਠ ਰਹੀਆਂ ਨੇ। ਪਾਵਕ ਸਾਗਰ, ਸੋ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ। ਕਿਹੜੀ ਪੰਕਤੀ ਪੜ੍ਹ ਰਿਹਾ ਸੀ? ਪਾਵਕ ਸਾਗਰ ਅਥਾਹ ਲਹਿਰ ਮੈਂ ਤਰੋ ਤਰਨ ਹਾਰੇ। ਇਹ ਤਰਨ ਹਾਰੇ ਵਾਹਿਗੁਰੂ ਪਰਮਾਤਮਾ, ਇਹ ਅੱਗ ਦੇ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਸਾਨੂੰ ਤਾਰ ਲੈਣਾ ਕਰ। ਗਹੀ ਓਟਾ ਸਾਧਾਇਆ। ਇਹ ਵਾਹਿਗੁਰੂ ਇੰਜ ਜਦ ਮੈਂ ਸਾਧੂ ਸ੍ਰੇਸ਼ਟ ਗੁਰਾਂ ਦੀ ਟੇਕ ਓਟ ਗ੍ਰਹਿਣ ਕੀਤੀ, ਨਾਨਕ ਹਰਿ ਧਿਆਇਆ। ਸਤਿਗੁਰੂ ਮਹਾਰਾਜ ਕਥਨ ਕਰਦੇ ਫਿਰ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਆਰਾਧਨਾ ਕੀਤਾ ਹੈ। ਕਿਉਂਕਿ ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ। ਤੋ ਇਸ ਕਰਕੇ ਭਾਵ ਮੈਂ ਪੂਰਾ ਪਾਇਆ। ਹੁਣ ਮੈਂ ਪੂਰਨ ਆਨੰਦ ਜਾਂ ਗਿਆਨ ਜਾਂ ਤੇਰੀ ਪ੍ਰਾਪਤੀ ਨੂੰ ਪਾਉਣਾ ਕੀਤਾ ਹੈ। ਰਾਗ ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੇਨਤੀ ਪੂਰਵਕ
ਸ਼ਬਦ ਉਚਾਰਨ ਕਰ ਰਹੇ ਹਨ। ਘਰ ਸੇਵਾ ਛੇਵੇਂ ਘਰ ਸੁਰ ਤਾਲ ਦੇ ਵਿੱਚ ਉਚਾਰਦੇ ਨੇ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰ ਪਾਸ ਬੇਨੰਤੀਆਂ ਸਤਿਗੁਰੂ ਸੱਚੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਮੇਰੀ ਬੇਨਤੀ ਮੇਰੀ ਅਰਜ਼ੋਈ ਹੈ ਕਿ ਮਿਲੈ ਨਾਮ ਆਧਾਰਾ ਮੈਨੂੰ ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲ ਜਾਵੇ। ਸਤੁਠਾ ਸੱਚਾ ਪਾਤਸ਼ਾਹੋ ਜਦ ਸਦਾ ਸਥਿਤ ਰੂਪ ਸੰਸਾਰ ਤਖਤ ਦਾ ਮਾਲਕ ਪ੍ਰਸੰਨ ਹੋ ਜਾਂਦਾ ਹੈ। ਤਾਪ ਗਿਆ ਸੰਸਾਰਾ ਤਾਂ ਜਗਤ ਦਾ ਆਦਿ ਵਿਆਧੀ ਉਪਾਧੀ ਆਦਿਕ ਤੀਨੇ ਤਾਪ ਨਿਵਾਰਨ ਹਰ ਦੁਖ ਅੰਤ ਸੁਖ ਰਾਸ ਤਕ ਵਿਘਨ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ। ਇਹ ਤਾਪ ਇਤਨੇ ਤਾਪ ਚਲੇ ਜਾਂਦੇ ਹਨ। ਭਗਤਾਂ ਕੇ ਟੇਕ ਤੋਂ ਭਗਤੀ ਕਰਨ ਵਾਲਿਆਂ ਦੀ ਇਸ ਲੋਕ ਦੇ ਵਿੱਚ ਇਹ ਵਾਹਿਗੁਰੂ ਤੋਂ ਟੇਕ ਹੈ। ਸੰਤਾਂ ਕੇ ਓਟ ਤੋਂ ਜਿਹੜੇ ਸ਼ਾਂਤ ਚਿੱਤ ਮਹਾਤਮਾ ਜਨ ਹਨ ਉਹਨਾਂ ਦੀ ਪਰਲੋਕ ਵਿੱਚ ਵੀ ਤੂੰ ਹੀ ਓਟ ਹੈ। ਸੱਚਾ ਸਿਰਜਣਹਾਰਾ ਜਿਵੇਂ ਜਿਹੜੇ ਵੱਡੇ ਬੱਚੇ ਨੇ ਉਹ ਤਾਂ ਵੱਡੇ ਹੋ ਜਾਂਦੇ, ਜਿਹੜੇ ਛੋਟੇ ਨੇ ਉਹ ਮਾਂ ਦਾ ਆਸਰਾ ਲੈਂਦੇ ਨੇ। ਛੋਟੇ ਬੱਚਾ ਮਾਂ ਦੇ ਆਸਰੇ ਹੁੰਦਾ ਹੈ। ਇਉਂ ਜਿਹੜੇ ਮਾਇਆਧਾਰੀ ਲੋਕ ਨੇ ਉਹ ਦਾਬਦਾ ਖਾਂਦੇ ਪਕਾਉਂਦੇ ਕਾਰੋਬਾਰ ਕਰਦੇ ਨੇ। ਜਿਹੜੇ ਸੰਤ ਰੱਬ ਦੇ ਪਿਆਰ ਵਾਲੇ ਨੇ ਉਹ ਖਾਣ ਪੀਣ ਦਾ ਵੀ ਫਿਕਰ ਨਹੀਂ ਰੱਖਦੇ, ਕੇਵਲ ਨਾਮ ਜਪਦੇ ਰਹਿੰਦੇ ਨੇ। ਜਿਵੇਂ ਭਗਤ ਬਹਿਣੀ ਜੀ, ਉਹ ਘਰ ਦੇ ਵਿੱਚ ਝੂਠ ਬੋਲਿਆ ਕਰਦੇ। ਜੰਗਲ ਦੇ ਵਿੱਚ ਬੈਠ ਕੇ ਜਿਉਂ ਸਵੇਰ ਤੋਂ ਸ਼ਾਮ ਤੱਕ ਰੱਬ ਰੱਬ ਕਰੀ ਜਾਣਾ, ਮਾਲਾ ਫੇਰੀ ਜਾਣੀ, ਕੰਮ ਕੋਈ ਕਰਨਾ ਨਹੀਂ। ਘਰ ਵਾਲੀ ਨੇ ਕਹਿਣਾ ਵੀ ਸੌਦਾ ਲਿਆ ਕੇ ਦਿਓ, ਆਹ ਚੀਜ਼ ਮੁੱਕ ਗਈ, ਉਹ ਚੀਜ਼ ਮੁੱਕ ਗਈ। ਅਤੇ ਭਗਤ ਬਹਿਣੀ ਜੀ ਨੇ ਕਹਿਣਾ ਕੋਈ ਨਹੀਂ, 1 ਮਹੀਨਾ ਪੂਰਾ ਹੋਵੇਗਾ ਤਾਂ ਜਿਹੜਾ ਰਾਜਾ ਜਿਸ ਦੇ ਕੋਲ ਮੈਂ ਨੌਕਰੀ ਕਰਦਾ ਹਾਂ ਉਹ ਮਹੀਨੇ ਬਾਅਦ ਆਪਾਂ ਨੂੰ ਇਕੱਠਾ ਹੀ ਮਾਇਆ ਤੇਲਾ ਰਸਤ ਪਾਣੀ ਦੇ ਦੇਵੇਗਾ। ਡੇਲੀ ਡੇਲੀ ਮੰਗਦਾ ਵੀ ਕੋਈ ਚੰਗਾ ਨਹੀਂ ਲੱਗਦਾ। ਦੇਣ ਵਾਲਾ ਵੀ ਸੋਚਦਾ ਵੀ ਥੋੜ੍ਹਾ ਥੋੜ੍ਹਾ ਕੀ ਦੇਣਾ, ਇਕੱਠਾ ਹੀ ਦਿਆਂਗੇ ਅਤੇ ਤੂੰ ਕੋਈ ਨਹੀਂ ਸਾਰ ਲਾ। ਇਉਂ ਸੰਗਤ ਜੀ ਉਹ ਝੂਠ ਬੋਲ ਕੇ ਬੜਾ ਹੀ ਟਾਈਮ ਲੰਘਾਤਾ। ਝੂਠ ਕਿੰਨਾ ਕੁ ਚਿਰ ਚੱਲਦਾ ਹੈ। ਭਗਤ ਜੀ ਜਦੋਂ ਵੀ ਘਰ ਆਉਣ, ਘਰ ਵਾਲੀ ਅਤੇ ਉਹਨਾਂ ਦੀ ਮਾਂ ਉਹਨਾਂ ਨੂੰ ਤੋੜ ਤੋੜ ਖਾਏ ਵੀ ਤੁਸੀਂ ਨਾ ਕੋਈ ਪੈਸਾ ਦਿੰਦੇ ਹੋ, ਨਾ ਕੋਈ ਰਸਤ ਪਾਣੀ ਲਿਆਉਂਦੇ ਹੋ, ਘਰ ਦੇ ਵਿੱਚ ਖਾਣ ਨੂੰ ਕੁਛ ਨਹੀਂ ਹੈ। ਭਗਤ ਜੀ ਕਹਿਣ ਕੋਈ ਨਹੀਂ, ਉਹ ਰਾਜਾ ਇੱਕੋ ਵਾਰੀ ਦੇਵੇਗਾ ਅਤੇ ਆਪਾਂ ਨੂੰ ਨਿਹਾਲ ਕਰ ਦੇਵੇਗਾ, ਤੁਸੀਂ ਘਬਰਾਓ ਨਾ। ਇੰਝ ਸਾਧ ਸੰਗਤ ਜੀ ਉਹ ਜਪ ਕੇ ਨਾਮ ਆਉਣਾ, ਕੰਮ ਕੋਈ ਕਰਨਾ ਨਹੀਂ, ਘਰਦਿਆਂ ਨੂੰ ਆ ਕੇ ਝੂਠ ਬੋਲ ਦੇਣਾ। ਮਹਾਰਾਜ ਨੇ ਵੇਖਿਆ ਵੀ ਇਹ ਚੰਗਾ ਭੋਲਾ ਪੰਛੀ ਹੈ, ਇਸ ਤਰ੍ਹਾਂ ਦਾ ਕੰਮ ਚੱਲੇਗਾ ਨਹੀਂ। ਹੁਣ ਮੈਨੂੰ ਹੀ ਕੁਝ ਸੋਚਣਾ ਪਏਗਾ। ਭੋਲਾ ਭਾਓ ਗੋਬਿੰਦ ਮਿਲਾਵੈ, ਭੋਲੇ ਪਾਏ ਮਿਲੇ ਰਗ ਰਾਇਆ। ਸੋ ਮਹਾਰਾਜ ਨੇ ਰਾਜੇ ਦਾ ਰੂਪ ਧਾਰਿਆ। ਭਗਤ ਬਹਿਣੀ ਜੀ ਜੰਗਲ ਦੇ ਵਿੱਚ ਤਪ ਕਰ ਰਹੇ ਸੀ ਅਤੇ ਪਿੱਛੋਂ ਮਹਾਰਾਜ ਨੌਕਰ ਚਾਕਰ ਅਤੇ ਗੱਡੇ ਲੈ ਕੇ ਆ ਗਿਆ। ਉਹਦੇ 'ਤੇ ਖੰਡ ਦੀਆਂ ਬੋਰੀਆਂ ਲੱਦੀਆਂ ਹੋਈਆਂ, ਆਟੇ ਦੀਆਂ ਬੋਰੀਆਂ ਲੱਦੀਆਂ ਹੋਈਆਂ, ਦਾਲਾਂ ਦੀਆਂ ਬੋਰੀਆਂ ਲੱਦੀਆਂ ਹੋਈਆਂ, ਲੂਣ ਤੇਲ ਹਲਦੀ ਮਿਰਚ ਮਸਾਲਾ ਜੋ ਨਿੱਕੜ ਸੁੱਕੜ ਰਸੋਈ 'ਚ ਮਾਈਆਂ ਬੀਬੀਆਂ ਦੀ ਜ਼ਰੂਰਤ ਹੁੰਦੀ।
ਸਾਰਾ ਸਮਾਨ A to Z ਸਾਰਾ ਗੱਡੇ 'ਤੇ ਰੱਖਿਆ ਹੋਇਆ। ਗੱਡਾ ਲਿਆ ਕੇ ਘਰ ਅੱਗੇ ਖਿਲਾਰਤਾ। ਆਖਿਆ ਮਾਤਾ ਬਾਹਰ ਨਿਕਲ। ਕਹਿੰਦੀ ਹਾਂਜੀ ਦੱਸੋ ਕਿੱਧਰ ਜਾਣਾ ਹੈ? ਕਹਿੰਦੇ ਜਾਣਾ ਕਿਤੇ ਵੀ ਨਹੀਂ, ਇੱਥੇ ਹੀ ਆਉਣਾ ਸੀਗਾ। ਭਗਤ ਬੇਣੀ ਜੀ ਦਾ ਹੀ ਘਰ ਹੈ ਨਾ? ਕਹਿੰਦੇ ਜੀ ਹਾਂ ਘਰ ਤਾਂ ਉਹਨਾਂ ਦਾ ਹੀ ਹੈ। ਉਹ ਕਿੱਥੇ ਗਏ ਨੇ? ਉਹ ਤਾਂ ਕਿਸੇ ਰਾਜੇ ਦੀ ਨੌਕਰੀ ਕਰਦੇ ਨੇ, ਦੱਸਦੇ ਦੁੱਸਦੇ ਕੁਛ ਹੈ ਨਹੀਂ। ਬੜਾ ਚਿਰ ਹੋ ਗਿਆ ਉਹਨਾਂ ਨੂੰ ਉੱਥੇ ਨੌਕਰੀ ਕਰਦਿਆਂ ਹੋਇਆਂ ਨੂੰ। ਕਹਿੰਦੇ ਮੈਂ ਉਹੀ ਰਾਜਾ ਹਾਂ ਜਿਹਦੀ ਉਹ ਨੌਕਰੀ ਕਰਦਾ ਹੈ, ਅਤੇ ਹੁਣ ਮੈਂ ਜਿਹੜਾ ਉਹ ਮੇਰੀ ਨੌਕਰੀ ਕਰਦਾ ਹੈ ਉਹਦੇ ਬਜਾਨੇ ਵਜੋਂ ਮੈਂ ਰਸਤ ਪਾਣੀ ਲੈ ਕੇ ਆਇਆ ਹਾਂ, ਦੱਸੋ ਕਿੱਥੇ ਲਾਈਏ? ਕਹਿੰਦੇ ਜੀ ਇੰਨਾ ਰਸਤ ਪਾਣੀ? ਗਰੀਬ ਘਰਾਂ ਦੇ ਵਿੱਚ ਤਾਂ ਰੁਪਈਏ 10 ਦੁਕਾਨ 'ਤੇ ਲੈ ਕੇ ਜਾਈਦੇ, 10 ਰੁਪਈਆਂ ਦੀਆਂ 50 ਚੀਜ਼ਾਂ ਲਈਦੀਆਂ ਨੇ। ਅੱਜ ਕੱਲ੍ਹ ਦੇ ਸਮੇਂ 'ਚ ਮੰਨ ਲਓ ਵੀ 100 ਰੁਪਈਆ ਲੈ ਕੇ ਜਾਓ, 20 ਰੁਪਈਆਂ ਦੀ ਦਾਲ, 20 ਰੁਪਈਆਂ ਦਾ ਤੇਲ ਜਾਂ ਘਿਓ, ਇਸ ਤਰ੍ਹਾਂ ਕਰ ਕਰਾ ਕੇ ਲੂਣ ਗੰਢੇ ਆਲੂ 10 20 ਦੀਆਂ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਲਈ ਦੀਆਂ। ਗਰੀਬ ਘਰਾਂ ਦੇ ਵਿੱਚ ਓਨੀ ਕੁ ਜਗ੍ਹਾ ਹੁੰਦੀ ਹੈ ਅਤੇ ਓਨੇ ਕੁ ਪੈਸੇ ਹੁੰਦੇ ਨੇ। ਕਹਿੰਦੇ ਮਹਾਰਾਜ ਇੰਨਾ ਸਮਾਨ? ਕਹਿੰਦੇ ਉਹਨੇ ਕੰਮ ਮੇਰਾ ਬੜਾ ਕੀਤਾ ਹੈ ਅਤੇ ਮੈਂ ਸੋਚਦਾ ਸੀ ਕਿ ਇਕੱਠਾ ਹੀ ਦੇਵਾਂਗਾ, ਅਤੇ ਹੁਣ ਤੁਸੀਂ ਦੱਸੋ ਵੀ ਬੋਰੀਆਂ ਕਿੱਥੇ ਲਾਉਣੀਆਂ ਨੇ? ਕਹਿੰਦੇ ਸਾਡਾ ਤਾਂ ਘਰ ਇੰਨਾ ਕੀ ਆ। ਕਹਿੰਦੇ ਕੋਈ ਨਹੀਂ ਪਰੇ ਹੋਵੋ। ਉਹ ਵਿਚਾਰੇ ਘਰ ਤੋਂ ਬਾਹਰ ਨਿਕਲ ਕੇ ਖਲੋ ਗਏ ਅਤੇ ਸਾਰਾ ਹੀ ਘਰ ਮਹਾਰਾਜ ਨੇ ਖੰਡ ਦੀਆਂ ਬੋਰੀਆਂ ਲਾ ਲਾ ਕੇ, ਆਟੇ ਦੀਆਂ ਬੋਰੀਆਂ ਲਾ ਲਾ ਕੇ ਸਾਰਾ ਘਰ ਭਰ ਦਿੱਤਾ। ਅਤੇ ਘਰ ਤੋਂ ਬਾਹਰ ਤੱਕ ਬਾਹਰਲੇ ਪਾਸੇ ਵੀ ਕੰਧ ਦੇ ਨਾਲ ਤੌਣ ਲਾ ਦਿੱਤੀ, ਉਹ ਤਾੜ ਲਾ ਦਿੱਤੀ ਬੋਰੀਆਂ ਦੀ। ਉਹ ਮਾਤਾ ਕਹੇ ਵੀ ਮਹਾਰਾਜ ਬੱਸ ਕਰੋ, ਅਤੇ ਸਾਨੂੰ ਤਾਂ ਇੱਕ ਪਾਈਆ ਕੀ ਚਾਹੀਦਾ ਹੈ, ਪਾਈਆ ਕੁ ਦਾਲ ਚਾਹੀਦੀ ਹੈ, ਪਾਈਆ ਕੁ ਘਿਓ ਚਾਹੀਦਾ ਹੈ, ਡੇਲੀ ਦਾ ਇੰਨਾ ਕੀ ਹੈ ਖਰਚਾ? ਮਹਾਰਾਜ ਕਹਿੰਦੇ ਮੇਰਾ ਪਾਈਆ ਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਡਾ ਵੱਡਾ ਰੱਬ ਹੈ ਓਡਾ ਵੱਡਾ ਹੀ ਰੱਬ ਦਾ ਪਾਈਆ ਹੈ। ਮੈਂ ਬਹੁਤਾ ਤਾਂ ਨਹੀਂ ਦਿੱਤਾ, ਇੱਕ ਪਾਈਆ ਕੀ ਦਿੱਤਾ ਹੈ। ਇੰਝ ਸਾਧ ਸੰਗਤ ਜੀਓ ਮਹਾਰਾਜ ਸਾਰਾ ਰਸਤ ਪਾਣੀ ਲਾ ਕੇ ਚਲੇ ਗਏ। ਪਿੱਛੋਂ ਭਗਤ ਬੇਣੀ ਜੀ ਆਏ। ਕਹੋ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਭਗਤ ਬੇਣੀ ਜੀ ਦਾ ਸ਼ਬਦ ਤਨ ਚੰਦਕ ਮਸਤਕ ਪਾਤੀ, ਰਿਧਿ ਅੰਤਰ ਕਰਤਲ ਕਾਤੀ, ਠਗ ਦਿਸ਼ਟ ਬਗਾਲੇ ਵਲਾਗਾ, ਦੇਖ ਬੈਸਨ ਪ੍ਰਾਨ ਮੁਖ ਭਾਗਾ। ਇਹ ਭਗਤ ਬੇਣੀ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਜਦੋਂ ਘਰ ਆਏ ਅਤੇ ਸਾਰਾ ਹੀ ਘਰ ਭਰਿਆ ਹੋਇਆ ਵੇਖਿਆ, ਪੁੱਛਿਆ ਵੀ ਇਹ ਕੀ ਕੌਤਕ ਹੈ? ਮਾਤਾ ਨੇ, ਘਰ ਵਾਲੀ ਨੇ ਦੱਸਿਆ ਕਿ ਜਿਹੜੇ ਰਾਜੇ ਦੀ ਤੁਸੀਂ ਨੌਕਰੀ ਕਰਦੇ ਹੋ, ਉਹ ਰਾਜਾ ਆਇਆ ਸੀ, ਬੜੇ ਨੌਕਰ ਚਾਕਰ ਉਹਦੇ ਨਾਲ ਸਨ, ਗੱਡਾ ਰਸਤ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਉਹ ਸਾਰਾ ਕੁਛ ਇੱਥੇ ਲਾ ਗਿਆ ਵੀ ਆਪਾਂ ਨੂੰ ਤਾਂ ਇੱਕ ਪਾਈਆ ਕੀ ਬਹੁਤ ਹੈ। ਕਹਿੰਦੇ ਮਾਤਾ ਵੀ ਇਹ ਪਰਮਾਤਮਾ ਦਾ ਪਾਈਆ ਹੀ ਹੈ, ਇਹ ਉਹਦੀ ਮੌਜ ਹੈ। ਉਸੇ ਵਕਤ ਉਹਨਾਂ ਦੇ ਮਨ 'ਚ ਹੋਰ ਵੈਰਾਗ ਆ ਗਿਆ। ਉਸ ਦਿਨ ਤੋਂ ਪੱਕਾ ਹੀ ਧਾਰਨ ਕਰ ਲਿਆ ਕਿ ਜਿਹੜਾ ਮਹਾਰਾਜ ਇੰਨਾ ਖਿਆਲ ਰੱਖਦਾ ਸੰਤਾਂ ਦਾ, ਭਗਤਾਂ ਦਾ, ਜਿਸ ਤਰ੍ਹਾਂ ਮਾਂ ਆਪਦੇ ਬੱਚਿਆਂ ਦਾ ਖਿਆਲ ਰੱਖਦੀ ਹੈ, ਸੰਭਾਲ ਰੱਖਦੀ ਹੈ, ਤੋ ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਬ੍ਰਤ ਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਮਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਹਿ ਨਹੀਂ ਲਹੀਐ।
ਹਮ ਨਾਨੇ ਨੀਚ ਤੁਮੇ ਬੜ ਸਾਹਿਬ। ਮਹਾਰਾਜ ਅਸੀਂ ਨਿੱਕੇ ਬੱਚੇ ਹਾਂ, ਤੂੰ ਸਾਡਾ ਮਾਲਕ ਹੈ, ਤੂੰ ਮਾਤ ਪਿਤਾ, ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਐਸਾ ਹੋ ਸਰਬ ਸ਼ਕਤੀਮਾਨ ਅਕਾਲ ਪੁਰਖ ਪਰਮਾਤਮਾ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਜਿਹੜਾ ਭਗਤੀ ਕਰਨ ਵਾਲਿਆਂ ਦੀ ਇਸ ਲੋਕ ਦੇ ਵਿੱਚ ਵੀ ਟੇਕ ਹੈ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰ। ਸ਼ਾਂਤ ਜਿਤ ਮਹਾਤਮਾ ਜਨਾਂ ਦੀ ਪਰਲੋਕ ਵਿੱਚ ਵੀ ਤੂੰ ਹੀ ਓਟ ਹੈ। ਇਹ ਵਾਹਿਗੁਰੂ ਤ੍ਰੈ ਕਲ ਆਬਾਦ ਰੂਪ ਤੇ ਜਗਤ ਨੂੰ ਤੂੰ ਸਿਰਜਣਹਾਰ ਬਣਾਉਣ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਸਾਜ ਤੇਰੀ ਸਮਗਰੀ। ਸਮਗਰੀ ਕਿਹੜੀ ਹੈ? ਸ਼ੁਭ ਗੁਣਾਂ ਦੀ। ਸਤ, ਸੰਤੋਖ, ਧੀਰਜ, ਦਇਆ, ਧਰਮ ਅਤੇ ਵਿਚਾਰ। ਜਿਸ ਤਰ੍ਹਾਂ ਧੂਪ ਦੀ ਸਮਗਰੀ ਹੁੰਦੀ ਹੈ, ਉਹਦੇ ਵਿੱਚ ਚੰਦਨ, ਕੇਸਰ, ਤੁਲਸੀ ਬੜਾ ਕੁਛ ਪਾ ਪੂ ਕੇ, ਵਿੱਚ ਖੰਡ ਅਤੇ ਦੇਸੀ ਘਿਓ ਮਿਲਾ ਕੇ ਮੁੜ ਕੇ ਉਹਨੂੰ ਅੱਗ ਦੇ ਉੱਪਰ ਧੂੜੀਦਾ ਹੈ। ਬੜੀ ਸੋਹਣੀ ਉਹਦੇ 'ਚੋਂ ਫਰਾਗਰੈਂਸ ਆਉਂਦੀ ਹੈ, ਸੁਗੰਧੀ ਆਉਂਦੀ ਹੈ। ਇਸੇ ਤਰ੍ਹਾਂ ਜਿਹੜੀ ਗੁਰੂ ਘਰ ਦੀ ਸਮੱਗਰੀ ਜਿਸ ਗੁਰਸਿੱਖ ਨੂੰ ਪ੍ਰਾਪਤ ਹੋਈ ਹੈ, ਜਿਹਨੇ ਸੈਂਟ ਲਾਇਆ ਹੋਇਆ ਹੈ, ਦੂਰੋਂ ਹੀ ਪਤਾ ਲੱਗ ਜਾਂਦਾ। ਨਾ ਤਾਂ ਆਪਾਂ ਸੁਰਮਾ ਪਾਉਂਦੇ ਹਾਂ, ਨਾ ਸੈਂਟ ਲਾਉਂਦੇ ਹਾਂ। ਮਹਾਰਾਜ ਦੇ ਘਰ ਦੇ ਵਿੱਚ ਇਹੋ ਜਿਹੀਆਂ ਸ਼ੌਂਕ ਮੇਲੇ ਵਾਲੀਆਂ ਚੀਜ਼ਾਂ ਫੱਬਦੀਆਂ ਨਹੀਂ ਹਨ। ਦੁਨੀਆ ਜੋ ਮਰਜ਼ੀ ਕਰੇ, ਅਤੇ ਪਰ ਗੁਰੂ ਘਰ ਦੇ ਵਿੱਚ ਮਹਾਰਾਜ ਦੇ ਉੱਪਰ ਹੀ ਸੁਗੰਧੀ ਛਿੜਕੀ ਜਾਂਦੀ ਹੈ। ਜਿਹੜੀ ਅਸਲ ਸੁਗੰਧੀ ਹੈ, ਇੱਕ ਪਿੰਡ ਦੇ ਵਿੱਚ ਦੀ ਭਾਈ ਗੁਰਦਾਸ ਸਾਹਿਬ ਜੀ ਲੰਘੇ। ਪਿੰਡ ਵਾਲਿਆਂ ਪਹਿਚਾਣ ਲਿਆ, ਉਹਨਾਂ ਘੇਰ ਲਿਆ। ਕਹਿੰਦੇ ਭਾਈ ਸਾਹਿਬ ਤੁਸੀਂ ਲੰਘ ਚੱਲੇ ਹੋ, ਆਪ ਦੀ ਕਿਰਪਾ ਹੋਈ, ਚਰਨ ਪਾਏ, ਥੋੜ੍ਹਾ ਟਾਈਮ ਇੱਥੇ ਟਿਕੋ, ਤੁਹਾਡੀ ਸੇਵਾ ਕਰੀਏ। ਤੁਸੀਂ ਕਥਾ ਬੜੀ ਸੋਹਣੀ ਕਰਦੇ ਹੋ, ਕਥਾ ਸੁਣਾ ਕੇ ਜਾਓ ਸਾਨੂੰ। ਭਾਈ ਸਾਹਿਬ ਕਹਿੰਦੇ ਵੀ ਕਥਾ ਕਿਉਂ ਸੁਣਨੀ ਆ? ਕਹਿੰਦੇ ਜੀ ਸਾਡਾ ਜੀਵਨ ਸੁਧਰੇਗਾ, ਸਾਡੇ ਬੱਚੇ ਸੁਧਰਨਗੇ। ਆਪ ਜੀ ਦੇ ਮੁਖਾਰਬਿੰਦ ਤੋਂ ਕਥਾ ਸੁਣ ਕੇ ਨਗਰ ਨਿਵਾਸੀਆਂ ਦਾ ਭਲਾ ਹੋਏਗਾ। ਭਾਈ ਸਾਹਿਬ ਕਹਿਣ ਲੱਗੇ ਜੇ ਮੇਰੇ ਲੰਘਣ ਦੇ ਨਾਲ, ਜੇ ਇੱਧਰ ਆਉਣ ਦੇ ਨਾਲ ਤੁਹਾਡਾ ਭਲਾ ਨਹੀਂ ਹੋ ਸਕਦਾ, ਤੁਹਾਡੇ ਬੱਚੇ ਕੁਝ ਗੁਣ ਗ੍ਰਹਿਣ ਨਹੀਂ ਕਰ ਸਕਦੇ, ਮੇਰੇ ਬੋਲਣ ਨਾਲ ਵੀ ਕੁਛ ਨਹੀਂ ਹੋਏਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੋਲਣ ਨੂੰ ਤਾਂ ਤੁਸੀਂ ਸਾਰੇ ਸਮਝਦੇ ਹੋ ਕਿ ਜਿੰਨਾ ਚਿਰ ਇਨਸਾਨ ਬੋਲੇ ਨਾ, ਉਹਨਾਂ ਚਿਰ ਉਹਦੀ ਇੰਟਰੋਡਕਸ਼ਨ, ਉਹਦੀ ਜਾਣ ਪਹਿਚਾਣ ਨਹੀਂ ਹੁੰਦੀ। ਕੋਈ ਵੀ ਇਨਸਾਨ ਆਪਦੇ ਬੋਲ ਤੋਂ ਪਹਿਚਾਣਿਆ ਜਾਂਦਾ। 100 ਦੇ ਵਿੱਚੋਂ 90% ਜਿਹੜਾ ਉਹ ਬੋਲ ਤੋਂ ਪਹਿਚਾਣਿਆ ਜਾਂਦਾ ਹੈ। ਪਰ ਸਾਧ ਸੰਗਤ ਜੀਓ, ਜਿਹੜੀ ਚੁੱਪ ਦੀ ਸ਼ਕਤੀ ਹੈ, ਇਹ ਮੈਂ ਅੱਖਾਂ ਨਾਲ ਵੇਖੀ ਹੈ। ਚੁੱਪ ਵੀ ਬੜਾ ਕੁਛ ਕਹਿ ਜਾਂਦੀ ਹੈ। ਜਿੰਨਾ ਵੀ ਤੁਸੀਂ ਘੱਟ ਬੋਲੋਗੇ ਉਨਾ ਪਾਵਰਫੁਲ ਹੋਵੋਗੇ, ਪ੍ਰਭਾਵਸ਼ਾਲੀ ਹੋਵੋਗੇ। ਜਿਵੇਂ ਜਿਵੇਂ ਬੋਲੀ ਜਾਓਗੇ ਤਿਵੇਂ ਤਿਵੇਂ ਪਾਵਰ ਲੋਸ ਹੁੰਦੀ ਜਾਏਗੀ, ਬੈਟਰੀ ਘਟਦੀ ਜਾਏਗੀ। ਜੋ ਪਾਵਰ ਗੁਰੂ ਘਰ ਵੱਲੋਂ ਮਿਲੀ ਹੈ, ਇਹ ਬੋਲਣ ਦੇ ਨਾਲ ਘਟਦੀ ਘਟਦੀ, ਜੇ ਪਿੱਛੋਂ ਪ੍ਰਾਪਤ ਨਹੀਂ ਕੀਤੀ ਤਾਂ ਹੌਲੀ ਹੌਲੀ ਖਤਮ ਹੋ ਕੇ ਤੇ ਸਰੀਰ ਡੱਡ ਹੋ ਜਾਏਗਾ। ਮਹਾਰਾਜ ਕਬੀਰ ਜੀ ਨੇ ਲਿਖਿਆ, ਬੋਲਤ ਬੋਲਤ ਬੜੇ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਜਿੰਨਾ ਵੀ ਕੋਈ ਬੋਲੇਗਾ, ਇੱਕ ਤਾਂ ਦਿਮਾਗ ਦਾ ਖਪਾ ਹੈ,
ਦੂਜੀ ਗਲੇ ਦੀ ਖਰਾਬੀ ਹੈ, ਤੀਜਾ ਜ਼ੋਰ ਲੱਗਣ ਤੋਂ ਸਰੀਰ ਦੀ ਥਕਾਵਟ ਹੈ, ਅੱਖਾਂ ਘੁੰਮ ਜਾਂਦੀਆਂ। ਲੋਕ ਪਤਾ ਨਹੀਂ ਕਿਵੇਂ ਬੋਲੀ ਜਾਂਦੇ ਨੇ। ਅਤੇ ਇਸ ਵਾਸਤੇ ਜਿਹੜੀ ਚੁੱਪ ਦੀ ਸ਼ਕਤੀ ਹੈ ਇਹ ਬਹੁਤ ਮਹਾਨ ਹੈ। ਜਿੰਨਾ ਵੀ ਚੁੱਪ ਰਹੋਗੇ ਓਨਾ ਪ੍ਰਭਾਵ ਹੋਏਗਾ। ਕਮਾਈ ਵਾਲੇ ਜਿਹੜੇ ਸੰਤ ਨੇ, ਜਿਨ੍ਹਾਂ ਨੂੰ ਮੈਂ ਵੇਖਿਆ, ਉਹ ਬਹੁਤ ਘੱਟ ਬੋਲਦੇ ਸੀ ਅਤੇ ਸਿਫਾਰਿਸ਼ ਨਾਲ ਬੋਲਦੇ। ਜੇ ਬੁਲਾਉਣਾ ਹੁੰਦਾ ਇੱਕ ਸਿਫਾਰਸ਼ੀ ਬੰਦਾ ਚਾਹੀਦਾ ਜਿਹੜਾ ਉਹਨਾਂ ਦੇ ਕੋਲ ਹਮੇਸ਼ਾ ਰਹਿਣ ਵਾਲਾ। ਪਹਿਲਾਂ ਉਹਨਾਂ ਨੂੰ ਗੱਲ ਦੱਸਣੀ, ਉਹਨਾਂ ਜਾ ਕੇ ਸੰਤਾਂ ਦੀ ਕੰਨੀ ਪਾਉਣੀ, ਫਿਰ ਜਦੋਂ ਉਹਨਾਂ ਸਿਰ ਹਿਲਾਉਣਾ ਵੀ ਹਾਂ, ਫਿਰ ਬੰਦਾ ਪੇਸ਼ ਹੋਣਾ, ਅਤੇ ਫਿਰ ਗਿਣਤੀ ਦੇ ਇੱਕ ਅੱਖਰ ਜਾਂ ਦੋ ਅੱਖਰ ਬੋਲ ਕੇ ਅਗਲੇ ਦਾ ਨਿਬੇੜਾ ਕਰ ਦੇਣਾ। ਇਹ ਸੰਤਾਂ ਦੀ ਅਵਸਥਾ ਹੈ। ਗੁਰਬਾਣੀ ਬੋਲਣ ਦੀ ਤਾਂ ਆਗਿਆ ਹੈ, ਕਥਾ ਕੀਰਤਨ ਦੀ ਤਾਂ ਆਗਿਆ ਹੈ, ਪਰ ਗੱਲਾਂ ਕਰਨ ਦਾ ਹੁਕਮ ਨਹੀਂ ਹੈ। ਮੈਂ ਗੱਲਾਂ ਦੀ ਗੱਲ ਕਰ ਰਿਹਾ। ਗੱਲਾਂ ਨਾਲ ਪਾਵਰ ਲੋਸ ਹੁੰਦੀ ਆ। ਮਹਾਰਾਜ ਕਹਿੰਦੇ ਗਾਲੀ ਵੱਲ ਪਲਾਲੀ ਆ, ਫਿਰ ਗੁਰਮਤਿ ਤੋਂ ਉਲਟ ਅਵਲ ਟਵਲੀਆਂ ਮਾਰੀ ਜਾਣੀਆਂ। ਕੰਮ ਨਾ ਆਵੇ ਮਿੱਤ, ਇਹ ਮੇਰੇ ਮਿੱਤਰਾ, ਉਹ ਤੇਰੇ ਕੰਮ ਨਹੀਂ ਆਉਣ ਵਾਲੀਆਂ। ਜਾਂ ਬੋਲੇ ਤਾਂ ਫਿੱਕੇ, ਜਿੰਨਾ ਬੰਦਾ ਬੋਲਦਾ ਹੈ ਉਹਨਾਂ ਹੀ ਮਨ ਵਿੱਚ ਫਿੱਕਾ ਪਾਉਣਾ ਆਉਂਦਾ, ਜਿੰਨਾ ਚੁੱਪ ਰਹਿੰਦਾ ਉਹਨਾਂ ਰਸ ਆਉਂਦਾ ਹੈ। ਹੰਸ ਵਾਲੇ ਮਹਾਂਪੁਰਖ ਬਾਬਾ ਜੀ ਬਹੁਤ ਘੱਟ ਬੋਲਦੇ। ਮੈਂ ਤਾਂ ਕਦੀ ਬੁਲਾਇਆ ਹੀ ਨਹੀਂ ਸੀ, ਨਾ ਬੋਲਦਿਆਂ ਉਹਨਾਂ ਨੂੰ ਸੁਣਿਆ। ਜ਼ਿੰਦਗੀ ਭਰ ਦੋਹਰੇ ਹੀ ਦਰਸ਼ਨ ਕੀਤੇ ਅਤੇ ਖੁੱਲ੍ਹੇ ਦਰਸ਼ਨ ਹੁੰਦੇ। ਜਿਨ੍ਹਾਂ ਨੇ ਸੁਣਿਆ ਉਹ ਇਹੀ ਕਹਿੰਦੇ ਨੇ, ਕੋਈ ਬਚਨ ਕਰਦੇ ਸੀ, ਕਿਰਪਾ। ਬੰਦੇ ਨੇ 100 ਗੱਲਾਂ ਕਰਨੀਆਂ, 100 ਬੇਨਤੀਆਂ ਕਰਨੀਆਂ, ਉਹਨਾਂ ਕਹਿਣਾ ਕਿਰਪਾ, ਬਸ ਇਹ ਤੋਂ ਵੱਧ ਕੁਛ ਨਹੀਂ। ਜਿਨ੍ਹਾਂ ਸੰਤਾਂ ਨਾਲ ਆਪਾਂ 15 ਸਾਲ ਵਿਚਰੇ ਹਾਂ ਅਤੇ ਉਹਨਾਂ ਜੋ ਵੀ ਕੁਛ ਬੋਲਣਾ ਹੁੰਦਾ ਸਾਡੇ ਕੰਨ 'ਚ ਸਮਝਾ ਦਿੰਦੇ, ਅਤੇ ਬੜੇ ਧਿਆਨ ਦੇ ਨਾਲ। ਕਈ ਵਾਰ ਲਾਗਲੇ ਬੰਦੇ ਨੂੰ ਪੁੱਛੀਦਾ ਵੀ ਕੀ ਬੋਲੇ ਨੇ, ਸਾਨੂੰ ਵੀ ਸਮਝ ਨਾ ਆਉਣੀ, ਬੜੀ ਮੁਸ਼ਕਿਲ ਸਮਝਣਾ। ਅਤੇ ਕਈ ਵਾਰ ਬੋਲਣ ਲੱਗਿਆਂ ਗਲਤੀ ਹੋ ਜਾਣੀ, ਚੇਤਾ ਭੁੱਲ ਜਾਣਾ ਵੀ ਕੀ ਕਿਹਾ ਹੈ। ਉਹਨਾਂ ਫਿਰ ਲਾਗੇ ਆ ਕੇ ਕੰਨ 'ਚ ਕਹਿਣਾ ਵੀ ਆਹ ਖਾਇਆ। ਸੰਗਤ ਦਾ ਧੰਨਵਾਦ ਕਰੋ, ਇਹਨਾਂ ਲੰਗਰ ਵਰਤਾਇਆ ਅਨੰਦਪੁਰ ਸਾਹਿਬ। ਇਹਨਾਂ ਨੂੰ ਕਹੋ ਵੀ ਅੰਮ੍ਰਿਤ ਛਕੋ, ਤੋ ਇਹਨਾਂ ਨੂੰ ਬੇਨਤੀ ਕਰੋ ਵੀ ਮੈਨੂੰ ਜਲਦੀ ਆ, ਮੈਂ ਜਾਣਾ। ਤੋ ਇਸ ਤਰੀਕੇ ਦੇ ਨਾਲ ਬਹੁਤ ਹੀ ਘੱਟ ਬੋਲਦੇ। ਅਤੇ ਜਦ ਵੀ ਬਹੁ ਗਿਣਤੀ ਵਿੱਚ ਕਿਸੇ ਇਲਾਕੇ ਦੀ ਸੰਗਤ ਆਉਂਦੀ, ਬਾਣੀ ਸੁਣਦਿਆਂ ਗੁਰਬਾਣੀ ਨੂੰ ਰੋਕ ਕੇ ਗੱਲ ਸੁਣ ਕੇ ਬਸ ਇੰਨਾ ਹੀ ਕਹਿਣਾ, ਬਾਣੀ ਪੜ੍ਹੋ, ਦੂਜੀ ਗੱਲ ਨਹੀਂ ਕਰਨੀ, ਬਸ ਬਾਣੀ ਪੜ੍ਹੋ, ਇੱਕੋ ਹੀ ਗੱਲ ਕਰਨੀ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਇੰਝ ਚੁੱਪ ਦੀ ਬਹੁਤ ਵੱਡੀ ਸ਼ਕਤੀ ਹੈ, ਬਹੁਤ ਵੱਡੀ ਪਾਵਰ ਹੈ। ਜੇ ਮਹਾਰਾਜ ਦੇ ਨਾਮ ਦੇ ਵਿੱਚ ਬਾਹਰੀ ਗੱਲਾਂ ਤੋਂ ਗੁਰੇਜ਼ ਕਰਕੇ ਅਭਿਆਸ ਕੀਤਾ ਜਾਏ ਤਾਂ ਚੜ੍ਹਦੀ ਕਲਾ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹੇ ਨਗਰ ਨਿਵਾਸੀਓ, ਜੇ ਮੇਰੇ ਇੱਥੋਂ ਲੰਘਣ ਦੇ ਨਾਲ ਤੁਹਾਡੇ 'ਤੇ ਅਸਰ ਨਹੀਂ ਹੋਇਆ ਅਤੇ ਮੈਂ ਸਮਝਦਾ ਵੀ ਬੋਲਣ ਦੇ ਨਾਲ ਵੀ ਅਸਰ ਨਹੀਂ ਹੋਏਗਾ। ਗੁਰਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਕਿ ਉਹ ਲਾਗੋਂ ਦੀ ਲੰਘ ਜਾਏ ਔਰ ਉਹਦੇ ਜੀਵਨ ਦੀ ਐਸੀ ਸੁਗੰਧੀ ਪ੍ਰਾਪਤ ਹੋਵੇ ਵੇਖਣ ਵਾਲਿਆਂ ਦਾ, ਸੋ ਪਾਸ ਰਹਿਣ ਵਾਲਿਆਂ ਦਾ। ਚੰਦਨ ਨਿਕਟ ਸਭ ਚੰਦਨ ਹੋਈਆ। ਗੁਰਸਿੱਖ ਦਾ ਜੀਵਨ ਚੰਦਨ ਦੀ ਤਰ੍ਹਾਂ ਹੁੰਦਾ ਹੈ। ਜਿਹੜੇ ਅਸਲੀ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਨੇ, ਵੇਵਸ ਹੁੰਦੀਆਂ, ਤਰੰਗਾਂ ਹੁੰਦੀਆਂ ਨੇ, ਬੋਲਣ ਤੋਂ ਬਗੈਰ ਹੀ। ਸੋ ਭਗਤੀ ਦੀਆਂ ਤਰੰਗਾਂ, ਜਿੱਥੇ ਭਗਤੀ ਦਾ ਨਾਮ ਦਾ ਵਾਤਾਵਰਨ ਹੋਵੇ, ਉਹਨਾਂ ਤਰੰਗਾਂ ਦੇ ਵਿੱਚ ਜਾਣ ਦੇ ਨਾਲ ਹੀ ਆਹ ਸੈਟੇਲਾਈਟ, ਆਹ ਟਾਵਰ ਲੱਗੇ ਹੁੰਦੇ ਨੇ ਪਬਲਿਕ ਪਲੇਸ 'ਤੇ, ਇਹਨਾਂ ਦੀ ਬਣਾਈ ਹੈ। ਜਿੱਥੇ ਬਹੁਤੀ ਜਨਤਾ, ਬਹੁਤੇ ਜ਼ਿਆਦਾ ਘਰ-ਬਾਰ ਹੋਣ, ਉੱਥੇ ਇਹਨਾਂ ਦੀ ਮਨਾਹੀ ਹੈ। ਕਾਰਨ ਕੀ ਹੈ ਵੀ ਉਹ ਤਰੰਗਾਂ ਜ਼ਹਿਰੀਲੀਆਂ ਨੇ, ਦਿਮਾਗ 'ਤੇ ਅਸਰ ਪਾਉਂਦੀਆਂ।
ਮੋਬਾਈਲ ਫੋਨਾਂ ਬਾਰੇ ਵੀ ਡਾਕਟਰ ਕਹਿੰਦੇ ਵੀ ਕੰਨ ਨਾਲ ਕਦੀ ਵੀ ਨਾ ਲਾਓ, ਹੈਡਵੁੱਡ ਫੋਨ ਰੱਖੋ, ਅਤੇ ਉਹ ਵੀ ਕੋਰਡਲੈਸ ਨਾ ਹੋਣ, ਤਾਰ ਵਾਲੇ ਹੋਣ, ਤਾਰ ਦੇ ਨਾਲ ਆਵਾਜ਼ ਆਏ, ਉਹਦੇ ਨਾਲ ਕੰਨ ਗਰਮ ਹੋ ਜਾਂਦਾ। ਤੁਸੀਂ ਕਦੀ ਵੇਖਿਆ ਹੋਊਗਾ। ਕੈਂਸਰ ਦਾ ਭਿਆਨਕ ਰੋਗ ਚੰਬੜ ਸਕਦਾ। ਛਾਤੀ 'ਚ ਰੱਖ ਕੇ, ਸਰਾਣੇ ਰੱਖ ਕੇ ਕਦੀ ਵੀ ਨਾ ਸੌਂ, ਕਦੀ ਬੈਟਰੀ 'ਤੇ ਲਾ ਕੇ ਕਾਲ ਨਾ ਕਰੋ, ਨਾ ਸੁਣੋ। ਜਦ ਬਿਜਲੀ ਚਮਕਦੀ ਹੈ, ਚਮਕਦੀ ਬਿਜਲੀ ਪੈਂਦੀ ਬਾਰਿਸ਼ ਦੇ ਵਿੱਚ, ਕਦੀ ਵੀ ਫੋਨ ਯੂਜ਼ ਨਾ ਕਰੋ, ਪਾਸੇ ਰੱਖ ਦਿਓ। ਸਭ ਕੁਝ ਖਤਰਨਾਕ ਹੈ, ਕਿਉਂਕਿ ਉਹਦੀਆਂ ਜਿਹੜੀਆਂ ਤਰੰਗਾਂ ਨੇ, ਕਦੇ ਹੱਥ ਲਾ ਕੇ ਵੇਖਿਓ, ਇੰਨਾ ਗਰਮ ਹੋ ਜਾਂਦਾ ਵੀ ਜਿਸ ਤਰ੍ਹਾਂ ਹੁਣੇ ਫਟ ਜਾਣਾ। ਸਭ ਕੁਝ ਤਰੰਗਾਂ ਦੇ ਮਾਧਿਅਮ ਦੇ ਰਾਹੀਂ ਸਾਡੇ ਪਾਸ ਪ੍ਰਾਪਤ ਹੁੰਦਾ ਹੈ, ਜੋ ਵੀ ਆਵਾਜ਼ਾਂ ਆਦਿਕ ਹਨ। ਤਾਂ ਇਉਂ ਅਧਿਆਤਮਕ ਪੱਖ ਤੋਂ ਵੀ ਜਿਸ ਵਾਤਾਵਰਨ ਦੇ ਵਿੱਚ, ਜਿਸ ਮਾਹੌਲ ਦੇ ਵਿੱਚ ਬੱਚਾ ਪਲੇ, ਜੈਸੀ ਸੰਗਤ ਹੋਵੇ ਤੈਸੀ ਹੀ ਰੰਗਤ ਹੁੰਦੀ ਹੈ। ਇਸ ਲਈ ਕਬੀਰ ਜੀ ਨੇ ਆਖਿਆ ਵੀ ਸਾਧੂ ਸੰਤਾਂ ਦੇ ਕੋਲ ਬੈਠੋ। ਚੰਦਨ ਦੇ ਬ੍ਰਿਕਸ਼ ਦੇ ਵਿੱਚ ਇਹ ਗੁਣ ਹੈ ਕਿ ਜਿਹੜੀ ਹਵਾ ਉਹਦੇ ਨਾਲ ਟੱਚ ਕਰਕੇ ਜਾਏਗੀ, ਉਹ ਜਿਹਨੂੰ ਵੀ ਲੱਗੇਗੀ, ਭਾਵੇਂ ਉਹ ਨਿੰਮ ਦਾ ਵੀ ਕਿਉਂ ਨਾ ਦਰਖਤ ਹੋਵੇ। ਇੱਕ ਵਾਂਸ ਹੀ ਹੈ, ਜਿਹੜਾ ਵਾਂਸ ਉਹ ਗੁਣ ਗ੍ਰਹਿਣ ਨਹੀਂ ਕਰਦਾ, ਛਿਲਤਾਂ ਛੁਲਤਾਂ ਉਹਦੇ 'ਚ ਹੁੰਦੀਆਂ ਨੇ, ਬਾਕੀ ਸਭ ਟਾਹਲੀ ਕੀ ਨਿੰਮ ਕੀ ਸਭ ਚੰਦਨ ਦਾ ਰੂਪ ਬਣ ਜਾਂਦੀਆਂ ਨੇ। ਚੰਦਨ ਨਿਕਟ ਸਭ ਚੰਦਨ ਹੋਈ ਹੈ। ਅਸਲੀ ਚੰਦਨ ਬਾਜ਼ਾਰ ਦੇ ਵਿੱਚ ਤਾਂ ਮਿਲਦਾ ਹੀ ਨਹੀਂ, ਅਸਾਮ ਦੇ ਜੰਗਲਾਂ ਦੇ ਵਿੱਚ ਕਹਿੰਦੇ ਹੁੰਦਾ, ਅਤੇ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ। ਨਕਲੀ ਚੰਦਨ ਹੀ ਬਾਜ਼ਾਰ ਦੇ ਵਿੱਚ ਪ੍ਰਾਪਤ ਹੁੰਦਾ ਹੈ। ਤਾਂ ਇਸ ਤਰ੍ਹਾਂ ਗੁਰੂ ਦੇ ਸਿੱਖ ਦਾ ਜੀਵਨ ਹੋਣਾ ਚਾਹੀਦਾ। ਗੁਰੂ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਇਹ ਜਿਹੜੀ ਗੁਰੂ ਘਰ ਦੀ ਸਮੱਗਰੀ ਹੈ, ਸੁਗੰਧੀ ਵਾਲੀ, ਧੂਪ ਦਿਖਾ ਕੇ ਜਿਸ ਤਰ੍ਹਾਂ ਸੁਗੰਧੀ ਪ੍ਰਾਪਤ ਹੁੰਦੀ ਹੈ, ਉਹ ਸਮੱਗਰੀ ਮਲਾਈ ਹੁੰਦੀ ਦੇਸੀ ਘਿਓ ਆਦਿਕ ਦੇ ਨਾਲ। ਇਉਂ ਸ਼ੁਭ ਗੁਣਾਂ ਦੀ ਸਮੱਗਰੀ, ਸੱਚ ਤੇਰੀ ਸਮੱਗਰੀ ਸੰਤਾਂ ਨੂੰ ਮਹਾਰਾਜ ਬਖਸ਼ਿਸ਼ ਕਰਦਾ ਹੈ ਵੀ ਆਪ ਧਾਰਨ ਕਰੋ, ਜਿੰਨਿਆਂ ਨੂੰ ਮਰਜ਼ੀ ਵਰਤਾਈ ਜਾਓ। ਸੱਤ ਦੀ ਸਮੱਗਰੀ ਹੈ, ਜਿਸ ਸਮੱਗਰੀ ਦੇ ਵਿੱਚ ਸੱਚ ਹੈ, ਸੰਤੋਖ ਪਿਆ ਹੋਇਆ ਹੈ, ਧੀਰਜ ਪਈ ਹੋਈ ਹੈ, ਦਇਆ ਹੈ, ਧਰਮ ਹੈ, ਵਿਚਾਰ ਹੈ, ਅਨੇਕਾਂ ਹੀ ਸ਼ੁਭ ਗੁਣ ਹਨ। ਇੰਗਲੈਂਡ ਦੇ ਨੌਜਵਾਨ, ਜਿੱਥੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਨੇ ਚਰਨ ਪਾਏ, ਉਹ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ। ਕਥਾ ਤੋਂ ਬਗੈਰ ਹੀ ਉਹਨਾਂ ਦਾ ਜੀਵਨ ਵੇਖ ਕੇ ਹੀ ਕਈ ਗੁਰਸਿੱਖ ਬਣੇ। ਅਣਗਿਣ ਦੀ ਕੈਨੇਡਾ ਅਮਰੀਕਾ ਦੇ ਵਿੱਚ ਜਿੱਥੇ ਵੀ ਉਹ ਮਹਾਂਪੁਰਖ ਜਾਂਦੇ, ਅਤੇ ਬੰਬੇ ਕਲਕੱਤੇ ਆਦਿਕ ਸਾਰੀਆਂ ਸੰਗਤਾਂ ਉਹਨਾਂ ਦੇ ਮਗਰ ਮਗਰ ਪਿੱਛੇ ਹੋ ਤੁਰਦੀਆਂ। ਉਹਨਾਂ ਦਾ ਸੁਭਾਅ ਸੀਗਾ ਭਰੀ ਸੰਗਤ 'ਚ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਚੌਰ ਸਾਹਿਬ ਦੀ ਸੇਵਾ 'ਤੇ ਆ ਜਾਂਦੇ ਕਿ ਸਾਰਿਆਂ ਦੇ ਦਰਸ਼ਨ ਹੋ ਜਾਣ। ਤੋ ਐਸਾ ਉਹਨਾਂ ਦਾ ਜੀਵਨ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਬਾਬਾ ਜਰਨੈਲ ਸਿੰਘ ਜੀ, ਇਹਨਾਂ ਉਹਨਾਂ ਦਾ ਪ੍ਰਭਾਵ ਸੀਗਾ। ਪ੍ਰਚਾਰ ਦੀ ਗੱਲ ਤਾਂ ਵੱਖਰੀ। ਆ ਜਿਹੜੇ ਡਰਾਈਵਰ ਨੇ, ਡਰਾਈਵਰ, ਇਹ ਦੋ ਕੰਮਾਂ ਦੇ ਵਿੱਚ ਮੰਨੇ ਹੋਏ ਨੇ। ਡਰਾਈਵਰੀ ਲੈਣ ਜਿਸ ਵਕਤ ਕੋਈ ਨਾਮ ਲੈਂਦਾ, ਇੱਕ ਤਾਂ ਨਸ਼ੇ ਤੋਂ ਬਗੈਰ ਕਹਿੰਦੇ ਨਹੀਂ ਹੋ ਸਕਦੀ, ਅਤੇ ਦੂਜਾ 2 ਨੰਬਰ। ਅਤੇ ਇਸ ਵਾਸਤੇ ਬੰਬੇ ਦੇ ਡਰਾਈਵਰ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਗਏ। ਉਹਨਾਂ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਗੁਰੂ ਦੇ ਸਿੰਘ ਬਣਾਇਆ। ਅੱਜ ਤੱਕ ਵੀ ਉਹ ਮਹਾਂਪੁਰਖਾਂ ਨੂੰ ਮੰਨਦੇ ਨੇ। ਕਹਿੰਦੇ ਵੀ ਸਾਨੂੰ ਸੰਤਾਂ ਨੇ ਸੁਧਾਰਿਆ। 25-25, 30-30 ਟਰੱਕ ਜਿੱਥੇ ਸੰਤਾਂ ਕਥਾ ਕਰਨੀ, ਉੱਥੇ ਉਹਨਾਂ ਸੰਗਤਾਂ ਦੇ ਭਰ ਕੇ ਲੈ ਕੇ ਆਉਣੇ, ਸੰਗਤਾਂ ਨੂੰ ਘਰੋਂ ਘਰੀ ਛੱਡਣਾ। 84 ਦੇ ਵਿੱਚ ਬੜੀਆਂ ਤੱਤੀਆਂ ਹਵਾਵਾਂ ਵਗੀਆਂ। ਕਹਿੰਦੇ ਮਹਾਂਪੁਰਖਾਂ ਦੀ ਕਿਰਪਾ ਨਾਲ ਸਾਨੂੰ ਕੋਈ ਕਸ਼ਟ ਨਹੀਂ ਆਇਆ। ਬੰਬੇ ਦੇ ਵਿੱਚ ਵਿਕਰੌਲੀ, ਉਹਨਾਂ ਨੂੰ ਮੈਂ ਪੁੱਛਿਆ, ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ, ਨਾਲ ਸਕੂਲ। ਮੈਂ ਕਿਹਾ ਵੀ ਕੋਈ ਮਹਾਂਪੁਰਖਾਂ ਦਾ ਬਚਨ ਸੁਣਾਓ, ਇਹ ਗੁਰਦੁਆਰਾ ਕਿਵੇਂ ਹੋਂਦ ਵਿੱਚ ਆਇਆ? ਕਹਿੰਦੇ ਉਜਾੜ ਜਗ੍ਹਾ ਸੀ। ਸਰਕਾਰਾਂ ਜਿਹੜੀਆਂ ਹਨ
ਉਹ ਸਕੂਲਾਂ ਕਾਲਜਾਂ ਨੂੰ ਤਾਂ ਜਗ੍ਹਾ ਦੇ ਦਿੰਦੀਆਂ ਨੇ, ਪਰ ਗੁਰਦੁਆਰੇ ਨੂੰ ਜਗ੍ਹਾ ਬੜੀ ਮੁਸ਼ਕਲ ਮਿਲਦੀ ਹੈ, ਬੜੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ। ਅਤੇ ਸੰਤਾਂ ਨੂੰ ਬਚਨ ਕੀਤਾ, ਕਹਿੰਦੇ ਮਹਾਂਪੁਰਖੋ ਤਰਲੇ ਮਾਰਨੇ ਪੈਂਦੇ ਨੇ ਟਾਈਮ ਲੈਣ ਵਾਸਤੇ। ਜਿੱਥੇ ਵੀ ਕਥਾ ਕਰਨੀ ਹੋਏ ਸਮਾਂ ਲੈਣ ਲਈ ਸਾਨੂੰ ਤਰਲੇ ਮਾਰਨੇ ਪੈਂਦੇ ਨੇ, ਅਤੇ ਆਪਣਾ ਹੀ ਕਿਉਂ ਨਾ ਸਥਾਨ ਹੋਵੇ ਜਿੱਥੇ ਆਪਾਂ ਆਪਣੀ ਮੌਜ ਦੇ ਵਿੱਚ ਸਮਾਗਮ ਕਰੀਏ। ਕਹਿੰਦੇ ਗੱਲ ਤੁਹਾਡੀ ਸਹੀ ਹੈ। ਕਹਿੰਦੇ ਫਿਰ ਕਿਰਪਾ ਕਰੋ, ਦੱਸੋ ਕਿੱਥੇ ਗੁਰਦੁਆਰਾ ਬਣਾਈਏ। ਕਹਿੰਦੇ ਆ ਜਗ੍ਹਾ ਬੜੀ ਸੋਹਣੀ ਹੈ, ਇਹਦੇ 'ਚ ਕੀ ਔਗਣ ਹੈ, ਕਿੰਨੀ ਖੁੱਲ੍ਹੀ ਹੈ। ਕਹਿੰਦੇ ਵੀ ਸਰਕਾਰ ਕੋਲੋਂ ਮਨਜ਼ੂਰੀ ਕੌਣ ਲਏਗਾ। ਮਹਾਂਪੁਰਖਾਂ ਬਾਣੀ ਪੜ੍ਹਦਿਆਂ ਬਚਨ ਕਰਦਿਆਂ ਇੱਕ ਲੰਬਾ ਫੇਰਾ ਮਾਰਿਆ, ਪਤਾ ਨਹੀਂ ਕਿੰਨੇ ਕਿੱਲਿਆਂ ਨੂੰ ਉਹਨਾਂ ਨੇ ਫੇਰਾ ਲਾ ਕੇ ਕਹਿੰਦੇ ਵੀ ਇੰਨੀ ਜਗ੍ਹਾ ਵੱਲ ਲਓ, ਉਹ ਹੀ ਆਪਣੇ ਕੋਲੋਂ ਹੀ। ਅਤੇ ਕਹਿੰਦੇ ਗੁਰੂ ਘਰ ਬਣਾਓ। ਗੁਰੂ ਘਰ ਤਾਂ ਬਣ ਗਿਆ, ਪਰ ਮਨਜ਼ੂਰੀ ਲੈਣ ਵਾਸਤੇ ਕਹਿੰਦੇ ਕੋਈ ਨਾ ਕੋਈ ਯਤਨ ਕਰਨਾ ਪਏਗਾ। ਉਹਨਾਂ ਸਕੂਲ ਖੋਲ੍ਹਿਆ, ਨਾਲੇ ਪੰਜਾਬੀ ਪੜ੍ਹਾਓ, ਪੰਜਾਬੀ ਬੱਚਿਆਂ ਦਾ ਭਲਾ, ਨਾਲੇ ਪਰਉਪਕਾਰ। ਉਸ ਸਕੂਲ ਦੇ ਨਾਂ 'ਤੇ ਜ਼ਮੀਨ ਅਲਾਟ ਕਰਾ ਕੇ ਅਤੇ ਸਰਕਾਰ ਨੂੰ ਤਿਲ ਫੁੱਲ ਦੇ ਕੇ, ਅਤੇ ਉਹ ਵਿਕਰੌਲੀ ਬੜਾ ਸੋਹਣਾ ਆਲੀਸ਼ਾਨ ਗੁਰਦੁਆਰਾ ਸਾਹਿਬ ਹੈ। ਉੱਥੇ ਹੀ ਸਿੰਘਾਂ ਦੇ ਮਹਾਂਪੁਰਖਾਂ ਦੇ ਆਸਣ ਹੁੰਦੇ। ਜਨਵਰੀ ਫਰਵਰੀ ਦੇ ਮਹੀਨੇ ਉੱਥੇ ਜਥਾ ਸੰਗਤ ਜਾਂਦਾ, ਤਾਂ ਹਰੇਕ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੁੰਦੇ। ਇਹ ਸੰਤਾਂ ਦੀ ਸਮੱਗਰੀ ਹੈ, ਜਿਨ੍ਹਾਂ ਦਾ ਜੀਵਨ ਵੇਖ ਕੇ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਕਥਾ ਕੀਰਤਨ ਦਾ ਤਾਂ ਬੇਅੰਤ ਬੇਅੰਤ ਲਾਭ ਹੈ। ਉਸ ਲਾਭ ਬਾਬਤ ਤਾਂ ਕੋਈ ਕੁਝ ਕਹਿ ਹੀ ਨਹੀਂ ਸਕਦਾ, ਪਰ ਜਿਨ੍ਹਾਂ ਦੇ ਲਾਗੋਂ ਲੰਘਣ ਤੋਂ, ਜਿਨ੍ਹਾਂ ਦੀ ਸੰਗਤ ਕਰਨ ਤੋਂ, ਜਿਨ੍ਹਾਂ ਦਾ ਜੀਵਨ ਦੇ ਪ੍ਰਭਾਵ ਤੋਂ ਹੀ ਅਨੇਕਾਂ ਦਾ ਭਲਾ ਹੁੰਦਾ। ਇਸੇ ਲਈ ਕਬੀਰ ਜੀ ਨੇ ਆਖਿਆ, ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਬਾਹੋ, ਸਾਗਤ ਸੰਗ ਨਾ ਕੀਜੀਏ, ਜਾਤੇ ਹੋਏ ਬਨਾਹੋ। ਬੜੇ ਬੜੇ ਔਗਣਾਂ ਵਾਲੇ, ਬੜੇ ਬੜੇ ਨਸ਼ਈ ਪਤੀ ਤੋਂ ਸਾਰੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਪ੍ਰਚਾਰ ਸੁਣਨਗੇ ਅਤੇ ਕਲਿਆਣ ਨੂੰ ਪ੍ਰਾਪਤ ਹੋਏ। ਇਹ ਮਹਾਰਾਜ ਸੱਚ ਤੇਰੀ ਸਮੱਗਰੀ, ਜਿਹੜੀ ਸ਼ੁਭ ਗੁਣਾਂ ਦੀ ਸਮੱਗਰੀ ਹੈ, ਸਾਧਨਾ ਦੀ ਸਮੱਗਰੀ ਹੈ, ਜੋ ਸੰਤਾਂ ਨੂੰ ਤੂੰ ਬਖਸ਼ਿਸ਼ ਕੀਤੀ ਹੋਈ ਹੈ, ਇਹ ਸੱਚੀ ਹੈ। ਸੱਚ ਤੇਰਾ ਦਰਬਾਰਾ, ਜਾਂ ਬ੍ਰਹਮ ਗਿਆਨ ਦੀ ਭਗਤੀ ਦੀ ਸਮੱਗਰੀ ਤੂੰ ਜਿਹੜੀ ਉਹਨਾਂ ਨੂੰ ਬਖਸ਼ੀ ਹੈ, ਉਹ ਸੱਚੀ ਸੁੱਚੀ ਹੈ। ਤੇਰਾ ਸਤਸੰਗਤ ਹੈ, ਸੱਚਖੰਡ ਰੂਪ ਦਰਬਾਰ ਵੀ ਇਹ ਵੀ ਸੱਚਾ ਹੈ। ਸਾਚਾ ਤੇਰੇ ਖਜ਼ਾਨਿਆ, ਸੰਤਾਂ ਭਗਤਾਂ ਦੇ ਹਿਰਦੇ ਜਾਂ ਨਾਮ ਰੂਪ ਖਜ਼ਾਨੇ ਭੰਡਾਰੇ ਵੀ ਤੇਰੇ ਸੱਚੇ ਹਨ। ਸਾਚਾ ਤੇਰਾ ਪਾਸਾਰਾ, ਇਹ ਜਗਤ ਦਾ ਪਸਾਰਾ ਵੀ ਮਹਾਰਾਜ ਤੇਰਾ ਸੱਚਾ ਹੈ। ਉਹ ਮਹਾਰਾਜ ਨੇ ਆਖਿਆ ਕਿ ਇਹ ਜਗ ਰਚਨਾ ਸਭ ਝੂਠ ਹੈ, ਪਰ ਇੱਥੇ ਕਹਿ ਰਹੇ ਨੇ ਜਗਤ ਸੱਚਾ ਹੈ। ਕਿਉਂ ਸੱਚਾ ਹੈ? ਇਹੋ ਜਗ ਸੱਚੇ ਕੀ ਹੈ ਕੋਠੜੀ, ਤੇ ਸੱਚੇ ਕਾ ਵਿੱਚ ਵਾਸ। ਜਿਹਦੇ ਸੱਚਾ ਪ੍ਰਮਾਤਮਾ ਨੇ ਵਾਸ ਕਰ ਰਿਹਾ, ਉਹਨੂੰ ਝੂਠਾ ਕਿਵੇਂ ਕਹਿ ਸਕਦੇ ਹੋ? ਦੱਸੋ, ਇਸ ਗੱਲ ਦਾ ਜਵਾਬ ਦਿਓ। ਝੂਠਾ ਕਿਸ ਕੋ ਆਖੀਏ ਸਾਹਾ, ਜਾਂ ਤਿਸਮੇ ਨਾ ਹੀ ਕੋਏ। ਜਦ ਉਸ ਵਾਹਿਗੁਰੂ ਤੋਂ ਬਗੈਰ ਕੋਈ ਹੈ ਹੀ ਨਹੀਂ। ਸਾਡੀ ਨਿਗਾਹ ਦੇ ਵਿੱਚ ਆ ਕਿੱਲ ਨੇ, ਕਾਂਡੇ ਨੇ, ਕੜਾ ਹੈ, ਮੁੰਦਰੀ ਹੈ, ਆ ਬੰਦਾ ਹੈ, ਜਨਾਨੀ ਹੈ, ਪਸ਼ੂ ਹੈ, ਪੰਛੀ ਹੈ, ਪਰ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਿਖਾਨੀ। ਤੁਸੀਂ ਸੁਨਿਆਰੇ ਹੱਥ ਫੜਾਓ, ਆਖੋ ਇਹਦਾ ਮੁੱਲ ਪਾਓ ਜੀ, ਅਤੇ ਦੱਸੋ ਜੀ ਇਹਦਾ ਕਿੰਨਾ ਮੁੱਲ ਹੈ। ਉਹ ਕਦੀ ਕਿੱਲ ਕਾਂਡਿਆਂ ਦਾ ਮੁੱਲ ਨਹੀਂ ਪਾਊਗਾ। ਉਹ ਕਹੂਗਾ ਇਹ 22 ਕੈਰਟ ਦਾ ਸੋਨਾ, ਇਹ 23 ਦਾ ਹੈ। ਨਹੀਂ ਯਕੀਨ ਤਾਂ ਤੁਹਾਨੂੰ ਸਾਹਮਣੇ ਦਿਖਾ ਦਿੰਦੇ ਆ। ਕੋਠਾਲੀ 'ਚ ਪਾ ਕੇ ਅੱਗ 'ਤੇ ਰੱਖ ਕੇ ਮੈਲ ਪਾਸੇ ਕਰ ਦਿੰਦਾ, ਸੋਨਾ ਸ਼ੁੱਧ ਜਿਹੜਾ ਕਹਿੰਦਾ ਇਹਦਾ ਮੁੱਲ ਦੇਊਗਾ। ਹੁਣ ਸਾਡੇ ਵਰਗਿਆਂ ਨੂੰ ਜਿਹੜਾ ਮਰਜ਼ੀ ਕੋਈ ਭਾਵੇਂ ਸੋਡਾ ਘੋਲ ਘੋਲ ਦੇਈ ਜਾਏ, ਮਾਫ਼ ਕਰਨਾ। ਆ ਬਿਮਾਰੀ ਦਾ ਮੌਸਮ ਚੱਲ ਰਿਹਾ, ਬਿਮਾਰੀ ਤਾਂ ਪਹਿਲਾਂ ਨਹੀਂ ਛੱਡਦੀ। ਇੱਕ ਦਾ ਮੈਨੂੰ ਸੁਨੇਹਾ ਆਇਆ ਵੀ ਇਹ ਚਾਹ ਪੀ ਕੇ ਹੀ ਬਿਮਾਰ ਹੋ ਗਏ, ਟੱਟੀਆਂ ਉਲਟੀਆਂ ਨਮੂਨੀਆ ਹੋ ਗਿਆ।
ਕਾਰਨ ਕੀ ਬਣਿਆ, ਪਤਾ ਨਹੀਂ ਦੁੱਧ ਕਿਸ ਤਰ੍ਹਾਂ ਦਾ ਸੀਗਾ। ਪਰ ਜੇ ਤੁਸੀਂ ਡੇਅਰੀ ਵਾਲੇ ਕੋਲ ਲੈ ਕੇ ਜਾਓਗੇ, ਅਗਲਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਕਰਕੇ ਵੱਖੋ ਵੱਖ ਰੱਖ ਦੇਊਗਾ। ਉੱਥੇ ਮੁੱਲ ਦੁੱਧ ਦਾ ਨਹੀਂ ਹੈ ਵੀ 1 ਕਿਲੋ ਹੈ ਜਾਂ 2 ਕਿਲੋ ਹੈ। ਅਸੀਂ ਤਾਂ ਕਿਲੋ 2 ਕਿਲੋ ਦੇ ਹਿਸਾਬ ਨਾਲ ਮੁੱਲ ਦਿੰਦੇ ਆ। ਉਹਨਾਂ ਅਗਲੀਆਂ ਮਸ਼ੀਨਾਂ ਲਾਈਆਂ, ਤੇਜ਼ਾਬ ਤਜੂਬ ਜਾਂ ਪਤਾ ਨਹੀਂ ਕਿਹੋ ਜਿਹੇ ਕੈਮੀਕਲ ਰੱਖੇ, ਮਾਰ ਕੇ ਟਿਊਬ ਦੇ ਵਿੱਚ 2-4 ਚੁਲੀਆਂ ਤੇ ਕੈਮੀਕਲ ਪਾ ਕੇ ਕਹਿੰਦੇ ਵੀ ਇੰਨੀ ਫੈਟ ਹੈ। ਆਹ ਵੇਖ ਲਓ ਫੈਟ ਦਾ ਮੁੱਲ, ਜੇ ਫੈਟ ਹੈ ਤਾਂ ਭਾਵੇਂ 60 ਰੁਪਏ ਲੈ ਲਓ। ਤੇ ਇਸ ਵਾਸਤੇ ਵੀ ਦੱਸ ਦਿੰਦੇ ਵੀ ਸਰੋਂ ਦੇ ਤੇਲ ਨਾਲ ਬਣਾਈ ਹੈ ਜਾਂ ਫਲਾਣੇ ਨਾਲ ਬਣਾਈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਜਿਹੜਾ ਜਗਤ ਹੈ ਇਹ ਝੂਠਾ ਨਹੀਂ ਹੈ, ਕਿਉਂਕਿ ਬ੍ਰਹਮ ਗਿਆਨੀ ਇਹਦੇ 'ਚ ਰੱਬ ਨੂੰ ਵੇਖਦੇ ਨੇ। ਜਿਵੇਂ ਦੁੱਧ ਦੇ ਵਿੱਚ ਡੇਅਰੀ ਵਾਲਾ ਘਿਓ ਦੇਖਦਾ ਵੀ ਫੈਟ ਕਿੰਨੀ ਹੈ, ਸੁਨਿਆਰਾ ਜਿਹੜਾ ਸੋਨੇ ਦੇ ਵਿੱਚ ਮੈਲ ਨੂੰ ਵੱਖ ਕਰਕੇ ਸੋਹਣਾ ਦੇਖਦਾ, ਕਿਉਂ ਜਿਹੜੀ ਸਾਡੀ ਨਿਗਾਹ ਹੈ ਉਹ ਕੁਛ ਹੋਰ ਤਰ੍ਹਾਂ ਦੀ ਹੈ। ਮਹਾਂਪੁਰਖਾਂ ਦੀ ਨਿਗਾਹ ਦੇ ਵਿੱਚ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਪ੍ਰਮਾਤਮਾ ਦੀ ਜੋਤ ਦੇ ਦਰਸ਼ਨ ਕਰਦਾ ਹੈ। ਇਸ ਲਈ ਮਹਾਰਾਜ ਜਗਤ ਰੂਪ ਸਾਰਾ ਵੀ ਤੇਰਾ ਸੱਚਾ ਹੈ, ਜਾਂ ਵਿਵੇਕ ਤੇ ਬੈਰਾਗ ਆਦਿਕ ਸਾਧਨਾਂ ਦਾ ਪਸਾਰਾ ਵੀ ਸੱਚਾ, ਜੋ ਸੰਗਤ ਵਿੱਚ ਪਸਾਰਿਆ ਹੋਇਆ ਹੈ। ਤੇਰਾ ਰੂਪ ਅਗੰਮ ਹੈ, ਤ੍ਰਿਗੁਣ ਅਤੀਤ ਹੋਣ ਕਰਕੇ ਤੇਰਾ ਸਰੂਪ ਵੀ ਅਪਹੁੰਚ ਹੈ। ਅਨੂਪ ਤੇਰਾ ਦਰ ਸਾਰਾ, ਪਰ ਜੋ ਵੀ ਸੰਸਾਰ ਦੇ ਭਲੇ ਲਈ ਮਾਇਆ ਸਬਲ ਹੋ ਕੇ ਸਰੂਪ ਧਾਰਦਾ ਹੈ, ਉਹ ਸਰੂਪ ਦਾ ਤੇਰਾ ਦਰਸ਼ਨ ਵੀ ਉਪਮਾ ਤੋਂ ਰਹਿਤ ਹੈ। ਸੋ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰਿਆ, 10 ਪਾਤਸ਼ਾਹੀਆਂ ਨੇ ਸਰੂਪ ਬਦਲੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਬਾ ਕਮਾਲ ਸੀਗਾ। ਉਹ ਕਿਸੇ ਪ੍ਰੇਮੀ ਨੇ ਲਿਖਿਆ ਸਾਹਿਬ ਕਮਾਲ ਪੁਸਤਕ ਦੇ ਵਿੱਚ, ਉਹ ਲਿਖਦਾ ਹੈ, ਕਹਿੰਦਾ ਵੀ ਅੱਲਾਹ ਤਾਲਾ ਦੀ, ਪਰਮਾਤਮਾ ਦੀ ਜਿੰਨੀ ਵੀ ਖੂਬਸੂਰਤੀ ਸੀ ਉਹ ਸਾਰੀ ਹੀ ਮਹਾਰਾਜ ਨੇ ਇਕੱਠੀ ਕਰਕੇ, ਜਿੰਨੇ ਗੁਣ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਤੇ ਇੱਕੋ ਸਰੀਰ ਦੇ ਵਿੱਚ ਪਾਤਾ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਣਿਆ। ਕੋਈ ਵੀ ਇਹੋ ਜਿਹਾ ਗੁਣ ਨਹੀਂ ਜਿਹੜਾ ਮਹਾਰਾਜ ਦੇ ਵਿੱਚ ਨਾ ਹੋਵੇ। ਤੇਰਾ ਜਿਹੜਾ ਸਰੂਪ ਹੈ ਉਹ ਉਪਮਾ ਤੋਂ ਰਹਿਤ ਹੈ। ਭਾਈ ਨੰਦ ਲਾਲ ਨੇ ਗਜ਼ਲਾਂ ਦੇ ਵਿੱਚ ਸਾਹਿਬਾਂ ਦੀ ਉਪਮਾ ਕੀਤੀ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਭਾਈ ਗੁਰਦਾਸ ਜੀ ਨੇ ਕਰਦਿਆਂ ਹੋਇਆਂ ਇੱਕ ਤਿਣ ਦੀ ਵਿਆਖਿਆ ਦੇ ਵਿੱਚ ਹੀ ਕਈ ਕਵਿਤ ਲਿਖ ਦਿੱਤੇ। ਉਹ 'ਚ ਲਿਖਿਆ ਕਿ ਮਹਾਰਾਜ ਤੇਰੇ ਸੁੰਦਰ ਸਰੂਪ ਦੀ ਉਪਮਾ ਤਾਂ ਮੈਂ ਕੀ ਕਰ ਸਕਦਾ, ਜਿਹੜਾ ਕਾਲਾ ਤਿਣ ਹੈ ਤੇਰੇ ਚਿਹਰੇ 'ਤੇ, ਉਹ ਕਾਲੇ ਤਿਣ ਦੀ ਹੀ ਮੇਰੇ ਕੋਲ ਵਿਆਖਿਆ ਨਹੀਂ ਹੋ ਸਕਦੀ। ਇੱਕ ਵਾਰ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਏ। ਮਹਾਰਾਜ ਕੋਠੇ 'ਤੇ ਕੇਸ ਹਰੇ ਕਰ ਰਹੇ ਸਨ। ਸਾਹਿਬਾਂ ਨੇ ਜਿਵੇਂ ਬੱਚੇ ਨਾਲ ਮਾਂ ਚੋਜ ਕਰਦੀ ਹੈ, ਇੰਝ ਜਦ ਭਾਈ ਸਾਹਿਬ ਮੱਥਾ ਟੇਕਣ ਲੱਗੇ ਸਾਹਮਣੇ ਹੋ ਕੇ, ਇੱਕ ਗੁਰਮਤਿ ਦਾ ਅਸੂਲ ਵੀ ਹੈ ਕਿ ਨੰਗੇ ਸਿਰ ਕਿਸੇ ਨੂੰ ਮਿਲੀਦਾ ਨਹੀਂ ਹੈ। ਪੁਰਾਣੇ ਲੋਕ ਸੀਗੇ, ਉਹ ਹਮੇਸ਼ਾ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਸਿਰ ਢੱਕ ਕੇ ਜਾਂਦੇ ਸੀ, ਪੱਗ ਬੰਨ੍ਹ ਕੇ, ਭਾਵੇਂ ਮੁਸਲਿਮ ਸੀਗਾ ਭਾਵੇਂ ਕੋਈ ਹਿੰਦੂ ਸੀਗਾ। ਵੱਡਿਆਂ ਦੇ ਸਾਹਮਣੇ ਸਿਰ ਨੰਗਾ ਨਹੀਂ ਕਰਦੇ। ਨੰਗੇ ਸਿਰ ਨਾ ਕੋਈ ਗੱਲ ਕਰੀਦੀ ਹੈ, ਨਾ ਕਿਸੇ ਨੂੰ ਮਿਲੀਦਾ ਹੈ, ਨਾ ਕੋਈ ਕੰਮ ਕਰੀਦਾ। ਇਸ ਲਈ ਮਹਾਰਾਜ ਕੋਠੇ ਦੇ ਇਕਾਂਤ ਵਿੱਚ ਸਨ। ਜਦੋਂ ਮੱਥਾ ਟੇਕਣ ਲੱਗਿਆ, ਗੁਰੂ ਸਾਹਿਬ ਦਾ ਕੌਤਕ ਸੀਗਾ, ਰੱਬ ਜਾਣੇ ਕੈਸਾ। ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ, ਆਪਣਾ ਮੂੰਹ ਘੁਮਾ ਕੇ ਪਰਾਂ ਨੂੰ ਕਰ ਲਿਆ। ਉਹਨੂੰ ਕੇਸਾਂ ਦੇ ਦਰਸ਼ਨ ਹੋਏ। ਗੁਰੂ ਸਾਹਿਬ ਦੇ ਕੇਸ ਬੜੇ ਸੁੰਦਰ ਸੀ, ਲੰਬੇ ਲੰਬੇ ਕਾਲੇ ਰੰਗ ਦੇ। ਜਦ ਘੁੰਮ ਕੇ ਦੂਜੇ ਪਾਸੇ ਚਿਹਰੇ ਵੱਲ ਹੋਇਆ, ਫਿਰ ਮਹਾਰਾਜ ਨੇ ਚਿਹਰਾ ਘੁਮਾ ਕੇ ਤੇ ਪਿੱਠ ਕਰ ਲਈ, ਫਿਰ ਉਹਨੂੰ ਕੇਸਾਂ ਦੇ ਦਰਸ਼ਨ ਹੋਏ। ਕਿਉਂ ਜਾਂ 4 ਚੁਫੇਰੇ ਮਹਾਰਾਜ ਘੁੰਮੇ, ਉਹਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਦਾ ਕੌਤਕ ਹੈ। ਵੈਰਾਗ ਵਿੱਚ ਆ ਕੇ ਉਹਨੇ ਗਜ਼ਲ ਉਚਾਰੀ ਮਹਾਰਾਜ ਦੇ ਕੇਸਾਂ ਦੀ ਉਪਮਾ ਦੇ ਵਿੱਚ। ਕਹਿੰਦਾ ਦੀਨ ਦੁਨੀਆ ਦਰ ਕਮੰਦ ਆਪਰੀ ਰੁਖ ਸਾਰਮਾ,
हर दो आलम कीमत यक तार मूए यार ऐ मेरे यार, ऐ मेरे परमात्मा, मेरे गुरु साहब जी, तेरे सुंदर ਸਰੂਪ, तेरे चेहरे की उपमा का मैं की कर सकता। तेरे काले केसां की उपमा ही मेरे पासों नहीं हो पा रही, क्योंकि तेरे केसां की एक तार की इन्नी उपमा है, इन्नी खूबसूरती है कि दीन ते दुनिया, इस लोक ते परलोक की खूबसूरती तकड़ी दे एक छाबे च रख दो। एक छाबे दे विच आपदे एक केस दे तार की सुंदरता रख दो, फिर भी सारी संसार की सुंदरता आपदे एक केस दे तार की बराबरी नहीं कर सकती। सो ऐसी उपमा महाराज दी उपमा महान। राजान राज पानान बाण, दीवान देव उपमा महान। हे महाराज, अनूप तेरा दरसारा, तेरे दर्शन उपमा तो रहत ਹਨ। जिस तरह सोना ढालिया होवे, लोहा गर्म किया होया भी ਉਹਦਾ तेज सारिया नहीं जाता, सोना तो बड़ा ढलका मारदा। इस तरह आप दा ਸਰੂਪ है। तेरे बंके लोयन दंतरी साला, सोहने नक जिन लंबड़े वाला, कंचन काया सोयने की टाला। सूरज वल ਦੁਪਹਿਰ ਦਾ ਜੇਠ ਹਾੜ ਦਾ ਸੂਰਜ ਹੋਵੇ, ਕੋਈ ਮਾਈ ਦਾ ਲਾਲ ਅੱਖਾਂ ਭਰ ਕੇ ਉਹਦੇ ਵੱਲ ਵੇਖ ਨਹੀਂ ਸਕਦਾ। ਚੰਦਰਮਾ ਨੂੰ ਸਾਰੇ ਭੱਜ ਭੱਜ ਪੈਂਦੇ ਨੇ, ਪਰ ਸੂਰਜ ਵੱਲ ਕੋਈ ਮਾਈ ਦਾ ਲਾਲ ਮੂੰਹ ਕਰਕੇ ਦਿਖਾਏ। ਇੰਨਾ ਉਹਦਾ ਪ੍ਰਕਾਸ਼ ਹੈ, ਇੰਨਾ ਤੇਜ ਹੈ। ਅਤੇ ਧੰਨ ਕਲਗੀਆਂ ਵਾਲਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹਦੇ ਦਰਸ਼ਨ ਦਾ ਵੀ वैसे दुखदाई तो नहीं, शांत स्वरूप है, पर फिर भी उन्होंने चलने वाली आत्मा चाहिए है। एक बीबी माई महापुरखों का, क्योंकि मैं जीवन पढ़ता रहा तो मेरी ड्यूटी लिख के छपाउण दी भी सीगी। छोटी छोटिया घटनावां जिवें जिवें सुनते रहे, लिखते रहे, छपाउंदे रहे। एक घटना का मैं जिक्र करदा। शायद इधर जगराओं के कोल उन्हों का नगर सीगा, दोधर या कोकरी, मैनूं विसर गया। तो वो अपने घर वाले के नाल संतां कोल आई, कहन लगी महाराज एक मैं बेनती करनी आ। कहंदे दसो। कहंदे मैनूं उत्थे हजूर साहब गुरु गोबिंद सिंह महाराज के दर्शन होए, ते नाल आप सीगे, ते साहिबां दे दर्शन करके उन्हां दा तेज मैथों झल्लिया नहीं गया, ते मेरी अखां की जिहड़ी निगाह है वो करीब करीब खत्म ही हो गई है। ते मेरी अरदास करो कि महाराज कृपा करे। बाणी का नितनम करना हुंदा, तो महापुर कहंदे भी माता भगती करने की जरूरत होंदी है, इसलिए कभी भी जेद जां खहड़ा नहीं करना, तो आप दा काम करी जाओ। अगे महाराज की मौज है, जो दी मौज है, मौज के विच दिखाली दे वो गल वखरी है। जिहड़ा जेद करके उहदे नाल फिर इस तरह होंदा है, तू अखंड पाठ साहिब करा। तो आप दे बारे उन्हें स्पष्टीकरण दिता, कहंदे ਸਿੰਘਾਂ वर्गे सिंह होंदे ने, जिहड़ा किते ਸਿੰਘਾਂ ਨੂੰ किसी ने वेख्या ना ਜਾਂ परसनल तौर पर जानता ना होवे, वो चोले वाले सारे ਇੱਕੋ ਜਿਹੇ ਜਾਪਦੇ ਨੇ। सानू भी पहला इस तरह महसूस होंदा सीगा, वो पहचान नहीं आती। इकट्ठे सिंह बैठे खलोते होण, कोई पहचान नहीं सकता। चोलियां वाले सारे ਇੱਕੋ ਜਿਹੇ जापदे ने भी मैं थोड़ो सीगा, कोई भुलेखा तैनूं लगा होना। महाराज दे नाल होर बथेरे सिंह होंदे ने, इउं आप दा किनारा करके मन्ने नहीं। तो बाकी कहते महाराज के चरणों च अरदास इंज नहीं, भगती करके अखंड पाठ साहिब करा, तो बाणी पढ़िया कर, गुरु साहब की कृपा होगी। उस तो बाद जिहड़े सिंह ने साखी सुनाई, कहते वो फिर बीबी मिली नहीं, पता नहीं उसका निगाह ठीक होई या नहीं होई। इउं सच्चे पातशाह अनूप तेरा दरसारा, कोट सूर नानक प्रकाश। एक सूरज का तेज झल्लिया नहीं जाता, जिहड़ा महाराज का प्रकाश है निर्गुण स्वरूप का, जिस बाबत बाणी में लिखिया होया है, बस
ਮੇਰੇ ਪਿਆਰਿਆ ਵਸ ਮੇਰੇ ਗੋਬਿੰਦ ਹਰ ਕਰ ਕਿਰਪਾ ਮਨ ਵਸ ਜੀਓ। ਵਾਹਿਗੁਰੂ ਦੇ ਅਰਥੀ ਇਹੀ ਹਨ। ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਦੇ ਪਰ ਉਕਤ ਨਾ ਕੋਈ। ਇੱਕ ਬਿਊਟੀਫੁਲ ਅੱਖਰ ਹੈ, ਇੱਕ ਵੈਰੀ ਬਿਊਟੀਫੁਲ ਅੱਖਰ ਹੈ। ਇਸ ਤੋਂ ਬਾਅਦ ਮੁੜ ਕੇ ਕੀ ਕਹੋਗੇ? ਪੰਜਾਬੀ ਦਾ ਖੂਬਸੂਰਤ ਅੱਖਰ ਹੈ ਅਤੇ ਉਹਦੇ ਤੋਂ ਬਾਅਦ ਬਹੁਤ ਖੂਬਸੂਰਤ, ਉਹ ਤੋਂ ਬਾਅਦ ਤਾਂ ਕੁਛ ਨਹੀਂ। ਸੋ ਵਾਹਿਗੁਰੂ ਮੰਤਰ ਦੇ ਵਿੱਚ ਪਰਮਾਤਮਾ ਨੂੰ ਅਸਚਰਜ ਲਿਖਿਆ ਹੈ। ਆਸਾ ਦੀ ਵਾਰ ਦੇ ਵਿੱਚ ਮਨ ਲਿਖਿਆ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਉਹਨੂੰ ਵਿਸਮਾਦ ਕਰਕੇ ਲਿਖਿਆ ਹੈ। ਅਚਰਜ ਤੋਂ ਬਾਅਦ, ਵਿਸਮਾਦ ਤੋਂ ਬਾਅਦ ਬਹੁਤ ਖੂਬਸੂਰਤ ਕਹਿਣ ਤੋਂ ਬਾਅਦ ਤਾਂ ਕੋਈ ਵੀ ਅੱਖਰ ਨਹੀਂ ਹੈ। ਅੱਖਰ ਮੁੱਕ ਜਾਂਦੇ ਨੇ ਪੰਜਾਬੀ ਕੋਸ਼ 'ਤੇ। ਮਹਾਰਾਜ ਇਹਦੇ ਤੋਂ ਵੀ 1000 ਗੁਣਾ ਵੱਧ ਕੀ ਕਹੀਏ ਸੁੰਦਰ ਹੈ। ਤੇਰੇ ਬੰਕੇ ਲੋਏ ਨਦੰਤ ਰਸਲ, ਸੋਹਣੇ ਨਕ ਜੇ ਲੰਬੜੇ ਵੱਲ, ਕੰਚਨ ਕਾਇਆ ਸੋਇਨੇ ਕੀ ਢੱਲ, ਸੁਵਨ ਢੱਲ ਕ੍ਰਿਸ਼ਨ ਮੱਲ, ਜਪੋ ਤੁਸੀਂ ਸਹੇਲੀਓ। ਜਾਮਦਵਾਰ ਨਾ ਹੋ ਖੜੀਆਂ, ਸਿੱਖ ਸੁਣੋ ਮਹੇਲੀ ਹੋ। ਹੰਸ ਹੰਸ ਬਗ ਬਗ ਲਹਿ ਮਨ ਕੀ ਜਲ, ਤੇਰੇ ਬੰਗੇ ਲੋਇਣ ਦੰਤ ਰੀਸਲ। ਜਿਹੜਾ ਮਹਾਰਾਜ ਦਾ ਪ੍ਰਕਾਸ਼ ਸਰੂਪ ਹੈ। ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਕੋਈ। ਗੋ ਨਾਮ ਅੰਧਕਾਰ ਕੋ ਜਾਨੋ, ਰੂਹ ਨਾਮ ਪ੍ਰਕਾਸ਼ ਉਠਾਨੋ। ਜਿਹੜਾ ਅਚਰਜ ਪਰਮਾਤਮਾ ਅਗਿਆਨ ਦਾ ਹਨੇਰਾ ਮੇਰ ਕੇ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ ਹਿਰਦੇ ਵਿੱਚ, ਉਹ ਪ੍ਰਕਾਸ਼ ਸਰੂਪ ਜਿਹੜਾ ਹੈ ਇਹ ਸੱਚੇ ਪਾਤਸ਼ਾਹ ਤੇਰੇ ਪ੍ਰਕਾਸ਼ ਦੇ ਜਿਹੜੇ ਦਰਸ਼ਨ ਨੇ, ਸੂਰਜ ਦਾ ਤੇਜ ਤਾਂ ਅੱਖਾਂ ਨੂੰ ਚੁੰਧਿਆ ਦੇਣ ਵਾਲਾ, ਦੁੱਖ ਦੇਣ ਵਾਲਾ, ਪਰ ਜਿਹੜਾ ਭਗਤੀ ਕਰਕੇ ਨਾਮ ਜਪ ਕੇ ਸੰਤਾਂ ਨੂੰ ਆਪ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਉਹ ਉਪਮਾ ਤੋਂ ਰਹਿਤ। ਝਿਲਮਿਲ ਝਿਲਕੈ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗਿਆ ਨਰ, ਇਕੱਠੀ ਕਥੋਂ ਚੇਨ ਨਹੀਂ ਕੋਈ, ਪੂ ਰਹਿਆ ਮਨ ਭਾਏ ਦਾ। ਆਹ ਲਾਈਟ ਤਾਂ ਬਿਜਲੀ ਦੇ ਕਰੰਟ ਨਾਲ ਜਗਦੀ ਹੈ। ਗੁਰਬਾਣੀ ਦੇ ਉੱਪਰ 2-3 ਲਾਈਟਾਂ ਲਾਈਏ ਤਾਂ ਅੱਖਰ ਦਿਖਦੇ ਨੇ, ਅਤੇ ਅੱਖਰ ਕਾਲੇ ਹਨ। ਕਾਲੇ ਤਾਂ ਨੇ ਵੀ ਚਿੱਟੇ ਕਾਗਜ਼ 'ਤੇ ਉਗੜਦੇ ਨੇ, ਪਰ ਅਸਲ 'ਚ ਜਿਹੜੀ ਗੁਰਬਾਣੀ ਹੈ ਇਹ ਸਮਝ ਲਓ ਵੀ ਫਲੋਰਸੈਂਟ ਟਿਊਬ ਤੋਂ ਵੀ ਜ਼ਿਆਦਾ ਪ੍ਰਕਾਸ਼ ਵਾਲੀ। ਤੋ ਜਿਵੇਂ ਚੈਨ ਚੱਲਦੀ ਹੈ, ਉਹ ਜਦੋਂ ਦੀਵਾਲੀ ਵਾਲੇ ਰਾਤ ਨੂੰ ਲਾਈਟਾਂ ਜਗਮਗਾਉਂਦੀਆਂ ਅਤੇ ਇੱਕ ਪਾਸਿਓਂ ਜਗਦੀਆਂ, ਦੂਜੇ ਪਾਸਿਓਂ ਬੁੱਝ ਜਾਂਦੀਆਂ, ਫਿਰ ਦੂਜੇ ਪਾਸਿਓਂ। ਇਸ ਤਰੀਕੇ ਦੇ ਨਾਲ ਜਿਹੜੀ ਮਹਾਰਾਜ ਦੀ ਬਾਣੀ ਹੈ ਇਹ ਜਗਮਗਾਉਂਦੀ, ਟਿਮਟਵਾਉਂਦੀ ਹੈ। ਪਿੰਨੀ ਰੈਂਡੜੀ ਹੈ ਚਮਕਣ ਤਾਰੇ, ਜਾਗੈ ਸੰਤ ਜਨ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਣਦਿਨੋ। ਜਿਹੜੇ ਨਾਮ ਦਾ ਸਿਮਰਨ ਕਰਦੇ ਨੇ ਉਹਨੂੰ ਗੁਰਬਾਣੀ ਦਾ ਪ੍ਰਕਾਸ਼ ਪ੍ਰਾਪਤ ਹੁੰਦਾ। ਵਾਹਿਗੁਰੂ ਮੰਤਰ ਵੀ ਜਗਦਾ ਅਤੇ ਜਪਜੀ ਸਾਹਿਬ ਦਾ ਪਾਠ ਵੀ ਜਗਦਾ। ਇੱਕ ਵਾਰ ਬਾਬਾ ਜਰਨੈਲ ਸਿੰਘ ਜੀ ਸੰਤ ਗੁਰਬਚਨ ਸਿੰਘ ਨੂੰ ਕਹਿਣ ਲੱਗੇ ਕਿ ਮਹਾਂਪੁਰਖੋ, ਜਦ ਮੈਂ ਬਾਣੀ ਪੜ੍ਹਦਾ ਅਤੇ ਮੈਨੂੰ ਲਾਈਟ ਦੀ ਲੋੜ ਨਹੀਂ ਹੈ, ਬਾਣੀ ਜਗਦੀ ਮੈਨੂੰ ਦਿਖਦੀ ਹੈ। ਕਹਿੰਦੇ ਫਿਰ ਰਾਤ ਨੂੰ ਆਈ, ਫਿਰ ਤੇਰੀ ਪਰਖ ਕਰਾਂਗੇ। ਅਤੇ ਜਦ ਰਾਤ ਨੂੰ ਪਹੁੰਚੇ, ਕਹਿੰਦੇ ਹੁਣ ਪੜ੍ਹ ਕੇ ਸੁਣਾ। ਭਾਗ ਪ੍ਰਕਾਸ਼ ਕਰਤਾ, ਦੀਵਾ ਵੀ ਬੁਝਾਤਾ, ਅਤੇ ਕਹਿੰਦੇ ਹੁਣ ਸੁਣਾ। ਅਤੇ ਉਹਨਾਂ ਕਈ ਪੱਤਰੇ ਸ੍ਰੀ ਸਹਿਜ ਪਾਠ ਦੇ ਗੁਰਬਾਣੀ ਦੇ ਬਿਨਾਂ ਹੀ ਲਾਈਟ ਤੋਂ ਪੜ੍ਹ ਕੇ ਸੁਣਾਏ। ਗੁਰਬਾਣੀ ਇਸ ਜੱਗ ਮੈਂ ਚਾਨਣ। ਮੈਂ ਜੋ ਵੀ ਬੋਲਦਾ ਹਾਂ ਆਪਣੇ ਕੋਲੋਂ ਨਹੀਂ ਬੋਲਦਾ, ਬਾਣੀ 'ਚ ਲਿਖਿਆ ਹੁੰਦਾ ਜਾਂ ਕਿਤੋਂ ਸੁਣਿਆ ਜਾਂ ਕਿਤੋਂ ਪੜ੍ਹਿਆ ਹੁੰਦਾ ਹੈ। ਮਹਾਰਾਜ ਨੇ ਆਪ ਲਿਖਿਆ ਵੀ ਜਿਹੜੀ ਗੁਰਬਾਣੀ ਹੈ ਇਹ ਕਾਲੀ ਨਹੀਂ ਹੈ, ਹਨੇਰੇ ਵਾਲੀ ਨਹੀਂ ਹੈ, ਇਹ ਸਾਰੇ ਜਗਤ ਨੂੰ ਚਾਨਣ ਦੇਣ ਵਾਲੀ ਹੈ। ਜਿੱਦਾਂ ਸਟਰੀਟ ਲਾਈਟ ਹੁੰਦੀ ਹੈ, ਰੋਡਾਂ ਦੇ ਉੱਪਰ ਲਾਈਟਾਂ ਜਗਦੀਆਂ ਨੇ, ਐਕਸੀਡੈਂਟ ਤੋਂ ਬਚਾਅ ਹੁੰਦਾ, ਬੰਦਾ ਟੋਏ ਟਿੱਬੇ ਤੋਂ ਠੇਡੇ ਤੋਂ ਬਚ ਜਾਂਦਾ। ਇਉਂ ਜਿਹੜੀ ਬਾਣੀ ਹੈ ਸਾਨੂੰ ਕਈ ਔਗਣਾਂ ਤੋਂ, ਕਈ ਵਿਘਨਾਂ ਤੋਂ ਬਚਾਉਣ ਵਾਲੀ ਹੈ। ਇਸ ਲਈ ਮਹਾਰਾਜ ਨੇ ਇਹਨੂੰ ਚਾਨਣ ਆਖਿਆ। ਚਾਨਣ ਮਨਾਰਿਆਂ ਵੱਲ ਵੇਖ ਕੇ ਸ਼ਿਪਾਂ ਨੂੰ ਡਾਇਰੈਕਸ਼ਨ ਮਿਲਦੀ ਹੈ। ਜੇ ਚਾਨਣ ਮਨਾਰਾ ਨਾ ਹੋਵੇ ਬੰਦਰਗਾਹ ਦਾ ਪਤਾ ਨਹੀਂ ਲੱਗਦਾ, ਧੁੰਦ ਜਿਹੀ ਪਈ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਜਗਦੇ ਟਾਵਰ ਨੇ ਉਹ ਐਰੋਪਲੇਨਾਂ ਨੂੰ ਡਾਇਰੈਕਸ਼ਨ ਦਿੰਦੇ ਨੇ। ਤਾਂ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਗੁਰਸਿੱਖ ਦੇ ਜੀਵਨ ਨੂੰ
ਡਾਇਰੈਕਸ਼ਨ ਦਿੰਦੀ ਹੈ। ਇਹ ਲੋਕ ਵੀ ਸਵਾਰਦੀ ਹੈ, ਪਰਲੋਕ ਵੀ ਸਵਾਰਦੀ ਹੈ। ਇਸੇ ਵਾਸਤੇ ਕੋਈ ਵੀ ਕਾਰਜ ਹੋਵੇ ਪ੍ਰਸ਼ਾਦ ਕਰਕੇ ਤੇ ਮਹਾਰਾਜ ਨੂੰ ਅਰਦਾਸ ਕਰੀਦੀ ਹੈ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਆਖੀਐ। ਗੁਰਬਾਣੀ ਇਸ ਜੱਗ ਮੈਂ ਚਾਨਣ, ਜਗਤ ਦਾ ਵੀ ਚਾਨਣ ਤੇ ਮਰਿਆਂ ਤੋਂ ਬਾਅਦ ਵੀ ਆਤਮਾ ਨੂੰ। ਜੇ ਮਾਰਗ ਕੇ ਗਣੀ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਦੋਸਾ। ਜਿਹੇ ਪੈਡੇ ਮਾ ਅੰਧ ਗੁਬਾਰਾ, ਜਮਾਂ ਦੇ ਰਸਤੇ ਅੰਨਾ ਕੁੱਪ ਹਨੇਰਾ ਹੈ। ਹਰ ਕਾ ਨਾਮ ਸੰਗੋ ਜੀਆਰਾ, ਮਹਾਰਾਜ ਦਾ ਨਾਮ ਜਿਹੜਾ ਉਹ ਲਾਈਟ ਦੀ ਤਰ੍ਹਾਂ ਹੈ, ਜਗ ਮਗਾ ਰਿਹਾ ਹੈ, ਸਾਡਾ ਰਸਤਾ ਰਸ਼ਨਾਉਂਦਾ ਹੈ। ਵਿਘਨ ਨਾ ਕੋ ਲਾਗਤ ਗੁਰ ਪੈ ਅਰਦਾਸ। ਇਹ ਲੌਜਿਕ ਸਮਝਣਾ ਫਿਲਾਸਫੀ ਹੈ ਗੁਰਮਤਿ ਦੀ। ਸੋ ਮਹਾਰਾਜ ਕਹਿੰਦੇ ਅਨੂਪ ਤੇਰਾ ਦਰਸਾਰਾ, ਅਸਲੀ ਦਰਸ਼ਨ ਜੋਤ ਦੇ ਦਰਸ਼ਨ ਨੇ ਜੋ ਸਭਨਾਂ ਦੇ ਵਿੱਚ ਪਸਰੀ ਹੋਈ ਹੈ। ਸਭ ਕਟ ਰਾਮ ਬੋਲੇ ਰਾਮਾ ਬੋਲੇ, ਜੈ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ। ਉਹ ਤੇਰੀ ਜਿਹੜੀ ਜੋਤ ਦੇ ਦਰਸ਼ਨ ਨੇ ਉਹ ਉਪਮਾ ਤੋਂ ਰਹਿਤ ਹਨ। ਹਉ ਕੁਰਬਾਨੀ ਤੇਰਿਆਂ ਸੇਵਕਾਂ, ਮੈਂ ਤੇਰੇ ਉਹਨਾਂ ਸੇਵਕਾਂ ਦਾਸਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਜਿਨ ਹਰ ਨਾਮ ਪਿਆਰਾ, ਜਿਨ੍ਹਾਂ ਨੂੰ ਤੇਰਾ ਹਰੀ ਨਾਮ ਪਿਆਰਾ ਚੰਗਾ ਲੱਗਦਾ ਹੈ। ਹਉ ਕੁਰਬਾਨੇ ਜਾਉ ਮਿਹਰਬਾਨ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾਂ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੈ ਹਉ ਸਦ ਕੁਰਬਾਨੇ ਜਾਉ। ਸਭੇ ਇੱਛਾ ਪੂਰੀਆਂ, ਉਦੋਂ ਸਾਰੀਆਂ ਇੱਛਾਵਾਂ ਸਾਡੀਆਂ ਪੂਰਨ ਹੋ ਗਈਆਂ। ਜਾਂ ਪਾਇਆ ਅਗਮ ਅਪਾਰਾ, ਪਹੁੰਚ ਤੇ ਬੇਅੰਤ ਪਰਮਾਤਮਾ ਜਾਂ ਤੈਨੂੰ ਗੁਰਾਂ ਦੁਆਰਾ ਪਾ ਲਿਆ, ਤਦੋਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਪੂਰੀਆਂ ਦਾ ਮਤਲਬ ਕੀ? ਸਾਡੀ ਪੰਜਾਬੀ ਬੋਲੀ 'ਚ ਪੂਰਾ ਕਿਹਨੂੰ ਕਹਿੰਦੇ ਹੋ ਤੁਸੀਂ ਦੱਸੋ? ਜਦ ਬੰਦਾ ਮਰ ਗਿਆ, ਮਾਫ ਕਰਨਾ, ਆਪਾਂ ਨੂੰ ਕਹਿੰਦੇ ਆ ਵੀ ਪੂਰਾ ਹੋ ਗਿਆ। ਇੱਥੇ ਪੂਰੇ ਦਾ ਲੌਜਿਕ ਹੈ, ਇੱਛਾ ਪੂਰੀਆਂ ਦਾ ਮਤਲਬ ਹੈ ਵੀ ਮਾਰੀ ਗਈਆਂ। ਜਿਵੇਂ ਧਰੂਪ ਭਗਤ ਨੇ ਰਾਜ ਦੀ ਇੱਛਾ ਲੈ ਕੇ 6 ਮਹੀਨੇ ਨਾਮ ਜਪਿਆ, ਫਿਰ ਮਹਾਰਾਜ ਨੇ ਪੁੱਛਿਆ ਵੀ ਦੱਸ ਕੀ ਚਾਹੁੰਦਾ? ਕਹਿੰਦਾ ਜੀ ਹੁਣ ਤਾਂ ਕੁਝ ਵੀ ਨਹੀਂ ਚਾਹੀਦਾ, ਆਪਦੇ ਦਰਸ਼ਨ ਹੋ ਗਏ, ਤੋਂ ਵੱਧ ਕੀ ਆ? ਮਹਾਰਾਜ ਕਹਿੰਦੇ ਨਹੀਂ ਭਾਈ, ਦੁਨੀਆ ਆਖੂਗੀ ਕਿ ਭਗਤਾਂ ਨੂੰ ਰੱਬ ਕੁਛ ਦਿੰਦਾ ਨਹੀਂ, ਤੂੰ ਰਾਜ ਦੀ ਇੱਛਾ ਲੈ ਕੇ ਆਇਆ ਸੀਗਾ ਅਤੇ ਮੈਂ ਤੈਨੂੰ ਰਾਜ ਜ਼ਰੂਰ ਦੇਣਾ ਹੈ, ਹੋਰ ਕੁਛ ਮੰਗ। ਅਤੇ ਆਖਿਆ ਜੀ ਉਸ ਪਦਵੀ 'ਤੇ ਪਹੁੰਚਾ ਦਿਓ ਜਿੱਥੇ ਵੱਡ ਵਡੇਰੇ ਨਾ ਪਹੁੰਚੇ ਹੋਣ। ਇਉਂ ਧਰੂ ਅਟਲ ਅਜਹੂ ਨਾ ਟਰਿਓ, 36,000 ਵਰਾ ਰਾਜ ਦਿੱਤਾ, ਫਿਰ ਅਟਲ ਪਦਵੀ ਬਖਸ਼ੀ। ਇਉਂ ਕਬੀਰ ਆਸਾ ਕਰੀਏ ਰਾਮ ਕੀ, ਅਬਰ ਆਸ ਨਿਰਾਸ, ਨਰਕ ਪਰੈ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਸੋ ਇਉਂ ਸਭੇ ਇੱਛਾ ਪੂਰੀਆਂ ਅਤੇ ਜਾਂ ਪਾਇਆ ਅਗਮ ਅਪਰ। ਜਦ ਵਾਹਿਗੁਰੂ ਨੂੰ ਪਾ ਲਿਆ ਤਦ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਗੁਰ ਨਾਨਕਾ ਮਿਲਿਆ ਪਾਰ ਬ੍ਰਹਮ, ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ ਤੂੰ ਖੁਦ ਆਪ ਹੀ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ, ਸ੍ਰੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਅਤੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਦੇ ਵਿੱਚ ਖੁਦ ਆਪ ਆ ਕੇ ਮਿਲਿਆ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਤੇਰੇ ਚਰਣਾ ਕਉ ਬਲਹਾਰਾ। ਇਸ ਲਈ ਮੈਂ ਸਦਾ ਹੀ ਤੇਰੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਸੋ ਇੱਥੇ ਸ਼ਬਦ ਸੰਪੂਰਨ ਹੋਇਆ ਹੈ। ਵਿਚਾਰ ਕਰਦੇ ਹਾਂ 10 ਪਾਸੋਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ, ਕਿਰਪਾ ਕਰਕੇ ਮਾਫ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਗੁਰ ਨਾਨਕ ਮਿਲਿਆ ਪਾਰ ਬ੍ਰਹਮ, ਤੇਰੇ ਚਰਨਾਂ ਕੋ ਬਲਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਗਲੀ ਮਹੱਲਾ ਤੀਜਾ। ਆਨੰਦ ਦੇਖੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਭਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ